जो धन गुरु ग्रंथ साहिब पातशाह जी की गुरबाणी दियां लड़ीवार विचारां रोजाना संगतां गुरु दरबार अंदर जुड़ करके और अपने अपने घरां विच बैठ करके इस अस्थान तो सरवण करदियां हो चल रही लड़ीवार गुरबाणी विचारां दे नाल आपां सांझ पाईए। विचारां दी आरंभता तो पहला सतगुरु धन गुरु ग्रंथ साहिब जी कृपा करन अपना मेहर भरिया हाथ सिर ते रखण। सतगुरु आप रसना उत्ते वरत के अपनी बाणी अपने शब्द दी विचार आप करवा लैण और आप सरबत संगत बख्शो असीस। कोई रसना वांझी ना रहे। दोवे हाथ जोड़ अपनियां मन बिरतियां एकागर करदियां होयां लवाऊ गुरु चरनां विच हाजरी अदब सहित सरबत संगत मिल करके उचारण करो जी। सतनाम श्री वाहिगुरु साहिब जी। एक बार फिर करो रसनावा पवित्र और मिलके आखो जी। सतनाम श्री वाहिगुरु साहिब जी। वाहिगुरु साहिब जी। श्री राग महला पहला घर चौथा। मरना मुला मरना पी करतारो डरना रहा। जिस पावन शब्द का पाठ आप संगत ने सरवण किया है, ये पावन वचन सतगुरु नानक साहिब जी दे मुखार बिन तो उचारण किए हुए श्री राग दे अंदर गुरु ग्रंथ साहिब पातशाह जी दे पावन अंग 24 के ऊपर सुभाईमान है। अज दे इन्हां पावन बचनां दे राहीं सतगुरु जी ने जो उपदेश जो सिक्ख्या सानू बख्शिश की है, ਉਹਦੇ ਵਿੱਚ ਮਾਲਕ जी ने इस नाशवान संसार ਵਿੱਚ गलतान हो चुका मनुख और जिहड़ा गलतान होया होया अपनी मौत तक नूं विसार चुका है। सतगुरु जी ने उस गलतान होए मनुख नूं अज उहदी मौत चेते करन वास्ते उपदेश दिता। हालांकि जिहड़ा संबोधन सतगुरु जी कर रहे वो एक धार्मिक शख्सियत के रूप में सतगुरु जी ने जो समाज विच विचरदा है उन्होंने संबोधन किया। क्योंकि अक्सर धर्म जिहड़ा ना ये सिखाउंदा ते सानू है कि असीं अपनी जिंदगी नूं सवारीए, अपनी जिंदगी नूं चंगे ढंग नाल
ਜਿਉਈਏ। ਧਰਮ ਸਾਨੂੰ ਇਹ ਸਿਖਾਉਂਦਾ ਹੈ। ਪਰ ਧਾਰਮਿਕ ਪਹਿਰਾਵਾ ਪਹਿਨ ਕੇ ਤੇ ਧਾਰਮਿਕ ਪਹਿਰਾਵੇ ਨੂੰ ਕੇਵਲ ਵਿਖਾਵੇ ਮਾਤਰ ਰੱਖ ਕੇ ਚੱਲਣ ਵਾਲੇ ਜਿਹੜੇ ਲੋਕ ਨੇ ਉਹ ਅਕਸਰ ਧਰਮ ਦਾ ਪਹਿਰਾਵਾ ਪਹਿਨਣ ਤੋਂ ਬਾਅਦ ਵਿੱਚ ਆਪਣਾ ਜੀਵਨ ਸਵਾਰਨਾ ਤੇ ਕੀ ਹੈ, ਆਪਣੇ ਜੀਵਨ ਨੂੰ ਸੁਧਾਰਨਾ ਤੇ ਕੀ ਹੈ, ਜੀਵਨ ਨੂੰ ਚੰਗੇ ਰਸਤੇ ਤੇ ਕੀ ਤੋਰਨਾ ਹੈ, ਜੀਵਨ ਦਾ ਰਸਤਾ ਹੀ ਭੁੱਲ ਜਾਂਦੇ ਨੇ। ਤਵੱਜੋ ਦੇ ਕੇ ਸਮਝਿਓ, ਧਰਮ ਦਾ ਅਸਲ ਵਿੱਚ ਸਾਡੇ ਜੀਵਨ ਅੰਦਰ ਮਕਸਦ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖੀਏ, ਆਪਣੇ ਜੀਵਨ ਨੂੰ ਚੰਗੇ ਢੰਗ ਦੇ ਨਾਲ ਸਵਾਰੀਏ, ਜੀਵਨ ਸਾਡਾ ਸੋਹਣਾ ਬਣ ਜਾਏ। ਧਰਮ ਦਾ ਮਕਸਦ ਤੇ ਇਹ ਹੈ। ਪਰ ਧਰਮ ਦੇ ਮਕਸਦ ਨੂੰ ਜਦੋਂ ਧਰਮ ਦੇ ਲੋਕਾਂ ਨੇ ਕੇਵਲ ਧਾਰਮਿਕ ਪਹਿਰਾਵਾ ਪਹਿਨਿਆ, ਧਾਰਮਿਕ ਪਹਿਰਾਵਾ ਵਿਖਾਵੇ ਮਾਤਰ ਧਾਰਨ ਕੀਤਾ, ਤੇ ਉਦੋਂ ਜੀਵਨ ਸਵਾਰਨ ਦੀ ਬਜਾਏ, ਜੀਵਨ ਨੂੰ ਚੰਗੇ ਰਸਤੇ ਉੱਤੇ ਤੋਰਨ ਦੀ ਬਜਾਏ ਉਹ ਰਸਤੇ ਤੋਂ ਹੀ ਖੁੰਝ ਕੇ ਰਹਿ ਗਏ, ਰਸਤਾ ਹੀ ਭੁੱਲ ਗਏ ਵੀ ਤੁਰਨਾ ਕਿਹੜੇ ਰਾਹ ਸੀ। ਗੁਲਤਾਨ ਹੋ ਗਿਆ। ਫਿਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ, ਮਾਲਕ ਜੀ ਸੰਬੋਧਨ ਕਰਦੇ, ਕਹਿੰਦੇ ਮਰਨਾ ਮੁੱਲਾਂ ਮਰਨਾ, ਭੀ ਕਰਤਾਰੋਂ ਡਰਨਾ। ਔਰ ਹਾਉ ਦੀ ਪੰਕਤੀ ਬੜੀ ਹੈਰਾਨੀਜਨਕ ਹੈ। ਇੱਕ ਪਾਸੇ ਸਤਿਗੁਰੂ ਜੀ ਸਾਨੂੰ ਬਾਣੀ ਦੇ ਅੰਦਰ ਸਮਝਾਉਂਦੇ ਨੇ ਵੀ ਆਪਣੀ ਮੌਤ ਦਾ ਡਰ ਜ਼ਿੰਦਗੀ ਚੋਂ ਵਿਸਾਰ ਦੇ, ਕੱਢ ਦੇ ਮੌਤ ਦਾ ਡਰ। ਅਕਸਰ ਜਦੋਂ ਸਤਿਗੁਰੂ ਜੀ ਰੱਬ ਨੂੰ ਆਰਾਧਨ ਦੀ ਬਾਤ ਕਰਦੇ, ਰੱਬ ਨੂੰ ਚੇਤੇ ਕਰਨ ਦੀ ਬਾਤ ਕਰਦੇ, ਰੱਬ ਨੂੰ ਧਿਆਉਣ ਦੀ ਗੱਲ ਕਰਦੇ ਨੇ, ਤੇ ਉਸ ਵਕਤ ਸਤਿਗੁਰੂ ਇਹ ਆਖਦੇ ਵੀ ਜੀਵ ਦੀ ਜ਼ਿੰਦਗੀ ਵਿੱਚੋਂ ਮੌਤ ਦਾ ਡਰ ਮੁੱਕ ਜਾਂਦਾ ਹੈ, ਜਮਾਂ ਦਾ ਡਰ ਮੁੱਕ ਜਾਂਦਾ ਜਦੋਂ ਰੱਬ ਨੂੰ ਧਿਆਉਂਦਾ ਹੈ। ਔਰ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਕਹਿ ਰਹੇ ਵੀ ਤੈਨੂੰ ਡਰਨਾ ਚਾਹੀਦਾ ਹੈ। ਮਰਨਾ ਮੁੱਲਾ ਮਰਨਾ, ਭੀ ਕਰਤਾਰੋਂ ਡਰਨਾ, ਤੈਨੂੰ ਕਰਤਾਰ ਕੋਲੋਂ ਡਰਨਾ ਚਾਹੀਦਾ, ਨਾ ਕਿ ਮੌਤ ਕੋਲੋਂ। ਤੂੰ ਡਰ, ਪਰ ਡਰ ਇਹ ਨਾ ਹੋਵੇ ਵੀ ਮੈਂ ਮਰ ਜਾਣਾ, ਮੈਂ ਆਪਣੀ ਜ਼ਿੰਦਗੀ ਦਾ ਕੀ ਬਣਾਵਾਂਗਾ, ਜਾਂ ਮੇਰੀ ਜ਼ਿੰਦਗੀ ਦਾ ਕੀ ਬਣੇਗਾ, ਪਿੱਛੋਂ ਮੇਰੇ ਪਰਿਵਾਰ ਦਾ ਕੀ ਬਣੇ, ਇਹ ਡਰ ਨਾ ਹੋਵੇ। ਡਰ ਕੀ ਹੋਣਾ ਚਾਹੀਦਾ ਹੈ ਕਿ ਜੇ ਮੌਤ ਸਿਰ ਉੱਤੇ ਆ ਗਈ, ਮੌਤ ਨੇ ਆ ਕੇ ਮੈਨੂੰ ਦਬੋਚ ਲਿਆ, ਮੌਤ ਨੇ ਆ ਕੇ ਆਪਣੇ ਫਾਹੇ ਵਿੱਚ ਮੈਨੂੰ ਲੈ ਲਿਆ, ਤੇ ਮੈਂ ਰੱਬ ਦੇ ਦਰ ਉੱਤੇ ਕਿਹੜਾ ਮੁੱਖ ਲੈ ਕੇ ਜਾਣਾ ਹੈ। ਡਰ ਇਸ ਗੱਲ ਦਾ ਹੋਣਾ ਚਾਹੀਦਾ ਹੈ, ਖੌਫ ਇਸ ਗੱਲ ਦਾ ਹੋਣਾ ਚਾਹੀਦਾ ਹੈ ਕਿ ਮੈਂ ਪ੍ਰਭੂ ਦੇ ਦਰ ਉੱਤੇ ਜਾਣ ਜੋਗਾ ਅਜੇ ਕੁਝ ਖੱਟਿਆ ਨਹੀਂ, ਪ੍ਰਭੂ ਦੇ ਦਰ ਉੱਤੇ ਜਾਣ ਜੋਗਾ ਮੈਂ ਅਜੇ ਤੱਕ ਕੁਝ ਜੋੜਿਆ ਨਹੀਂ, ਕੁਝ ਸੰਭਲਿਆ ਨਹੀਂ, ਅਜੇ ਤੱਕ ਮੈਂ ਰੱਬ ਦੇ ਦਰ ਉੱਤੇ ਜਾਣ ਵਾਸਤੇ ਕੋਈ ਸਰੰਜਾਮ ਪ੍ਰਬੰਧ ਇੰਤਜ਼ਾਮ ਨਹੀਂ ਕੀਤਾ। ਡਰ ਇਸ ਗੱਲ ਦਾ ਹੋਣਾ ਚਾਹੀਦਾ ਹੈ। ਇਹ ਤੇ ਪੱਕਾ ਹੀ ਹੈ, ਮਰਨਾ ਮੁੱਲਾ ਮਰਨਾ, ਇਹਦੇ ਤੋਂ ਤੇ ਮੁਨਕਰ ਹੋ ਨਹੀਂ ਨਾ ਸਕਦੇ, ਕਿਉਂਕਿ ਸਤਿਗੁਰੂ ਬਾਣੀ ਚ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਇਹ ਤੇ ਸੁਭਾਵਕ ਜਿਹੀ ਇੱਕ ਬਾਤ ਹੈ ਕਿ ਸੰਸਾਰ ਉੱਤੇ ਜਿਹੜਾ ਜਨਮ ਲੈ ਰਿਹਾ ਉਹ ਮਰੇਗਾ ਹੀ ਮਰੇਗਾ, ਪਰ ਇਸ ਇਨਸਾਨ ਦੀ ਫਿਤਰਤ ਔਰ ਸੁਭਾਵ ਹੈ ਜਿਹਨੂੰ ਸਤਿਗੁਰੂ ਆਖਦੇ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਆ ਇਸ ਗਾਫਲਤਾ ਵਿੱਚ ਗਰਸੇ ਹੋਏ ਮਨੁੱਖ ਦੀ ਨਿਸ਼ਾਨੀ ਹੈ ਜਿਹੜਾ
ਜ਼ਿੰਦਗੀ ਜਿਉਂਦੇ ਰਿਹਾ ਪਰ ਸੀਮਤ ਹੋ ਗਿਆ। ਖਾਣਾ ਪੀਣਾ ਹੱਸਣਾ ਸੌਣਾ ਇੱਥੋਂ ਤੱਕ। ਮੌਤ ਤੇ ਚੇਤੇ ਹੀ ਨਹੀਂ ਨਾ ਰਹੀ। ਵਿਸਰ ਗਿਆ ਹੈ ਮਰਨਾ, ਇਸ ਗੱਲ ਨੂੰ ਭੁੱਲ ਗਿਆ। ਜਿਸ ਕਰਕੇ ਖਸਮ ਵਿਸਾਰ ਖੁਆਰੀ ਕੀਨੀ। ਖੁਆਰ ਹੁੰਦਾ ਰਿਹਾ ਕਿਹਨੂੰ? ਖਸਮ ਨੂੰ ਵਿਸਾਰ ਕੇ, ਰੱਬ ਨੂੰ ਭੁਲਾ ਕੇ। ਧ੍ਰਿਕ ਜੀਵਨ ਨਹੀਂ ਰਹਿਣਾ। ਸਾਹਿਬ ਕਹਿੰਦੇ ਤਰਕਾਰ ਜੋਗ ਹੈ ਤੇਰਾ ਜੀਵਨ, ਐਸਾ ਫਿਟਕਾਰ ਜੋਗ ਹੈ ਤੇਰੀ ਜ਼ਿੰਦਗੀ ਦੇ ਐਸੀ ਜਿਹੜੀ ਨੇ ਰਹਿਣਾ ਕੋਈ ਨਹੀਂ ਮੁੜ ਕੇ। ਤੂੰ ਇਸ ਜ਼ਿੰਦਗੀ ਦੇ ਕੁਝ ਕੁ ਰੰਗਾਂ ਨੂੰ ਜਿਉਂਦਿਆਂ ਹੋਇਆਂ, ਕੁਝ ਕੁ ਰੰਗਾਂ ਦੇ ਵਿੱਚ ਗਲਤਾਨ ਹੋ ਕੇ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਸਭਨਾਂ ਦੇ ਉੱਤੇ ਰਹਿਮਤ ਵਰਤਾਉਣ ਵਾਲਾ ਕਿਰਪਾਲੂ ਸਤਿਗੁਰੂ ਹੈ, ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਵਸਾ ਕੇ ਤੇ ਆਪਣੀ ਮੌਤ ਦਾ ਡਰ ਵੀ ਭੁਲਾ ਕੇ ਬੈਠਾ ਹੈ। ਇਸ ਲਈ ਸਤਿਗੁਰੂ ਜੀ ਪਹਿਲੋਂ ਸਾਨੂੰ ਸਾਡੀ ਮੌਤ ਚੇਤੇ ਕਰਵਾਉਂਦੇ। ਮਰਨਾ ਮੁੱਲਾ ਮਰਨਾ, ਇਹ ਪੱਕਾ ਰੱਖ ਆਪਣੇ ਹਿਰਦੇ ਵਿੱਚ ਕਿ ਹੇ ਭਾਈ ਮੌਤ ਨੇ ਆਉਣਾ ਹੈ। ਕਿਸ ਵਕਤ ਆ ਜਾਏ, ਸਤਿਗੁਰੂ ਜੀ ਇੱਥੇ ਤੱਕ ਬਾਣੀ ਵਿੱਚ ਜ਼ਿਕਰ ਕਰਦੇ ਆ, ਆਖਦੇ ਨੇ ਭਾਈ ਮੌਤ ਨੇ ਆਉਣਾ ਜ਼ਰੂਰ ਹੈ, ਬਸ ਬਾਤ ਇੰਨੀ ਹੈ ਕਿਸੇ ਨੂੰ 4 ਦਿਨ ਪਹਿਲੋਂ ਆ ਜਾਂਦੀ ਤੇ ਕਿਸੇ ਨੂੰ 4 ਦਿਨ ਮਗਰੋਂ ਆ ਜਾਂਦੀ। ਪਰ ਮਾਲਕ ਦੀ ਬਾਣੀ ਨੇ ਇਸ ਗੱਲ ਦਾ ਪ੍ਰਗਟਾਵਾ ਜ਼ਰੂਰ ਕੀਤਾ ਕਿ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ। ਇਸ ਗੱਲ ਦਾ ਪ੍ਰਗਟਾਵਾ ਸਤਿਗੁਰੂ ਜੀ ਜ਼ਰੂਰ ਕਰਦੇ ਨੇ ਕਿ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਇਸ ਗੱਲ ਦਾ ਪ੍ਰਗਟਾਵਾ ਸਤਿਗੁਰੂ ਜੀ ਜ਼ਰੂਰ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਜੀਵ ਆਪਣੀ ਮੌਤ ਨੂੰ ਪੱਕਿਆਂ ਕਰਕੇ, ਦਿਨ ਮੁਕਰਰ ਕਰਕੇ, ਸਮਾਂ ਪੱਕਿਆਂ ਕਰਕੇ ਫਿਰ ਸਮਾਜ ਉੱਤੇ ਸੰਸਾਰ ਦੇ ਆਉਂਦਾ ਹੈ। ਇਸ ਗੱਲ ਦਾ ਸਤਿਗੁਰੂ ਜੀ ਪ੍ਰਗਟਾਵਾ ਬਾਣੀ ਰਾਹੀਂ ਕਰਦੇ। ਫਿਰ ਇਹ ਇਨਸਾਨ ਜਦੋਂ ਸਮਾਜ ਉੱਤੇ ਆਵੇ, ਸੰਸਾਰ ਉੱਤੇ ਆਵੇ, ਚਾਹੀਦਾ ਤੇ ਇਹ ਸੀ ਕਿ ਆਪਣੀ ਮੌਤ ਨੂੰ ਆਪਣੇ ਚੇਤੇ ਵਿੱਚ ਰੱਖ ਕੇ ਤੇ ਜ਼ਿੰਦਗੀ ਦੇਣ ਵਾਲੇ ਕਰਤਾਰ ਨੂੰ ਚੇਤਾ ਰੱਖਦਾ। ਚਾਹੀਦਾ ਤੇ ਇਹ ਸੀ ਕਿ ਮੌਤ ਨੂੰ ਚੇਤੇ ਰੱਖ ਕੇ ਜ਼ਿੰਦਗੀ ਦੇਣ ਵਾਲੇ ਕਰਤਾਰ ਨੂੰ ਚੇਤੇ ਰੱਖਦਾ। ਕਿਉਂਕਿ ਇਸ ਗੱਲ ਦਾ ਤੇ ਕੋਈ ਦਾਵਾ ਨਹੀਂ ਹੈ ਨਾ, ਸਾਡੇ ਵਿੱਚੋਂ ਕੋਈ ਦਾਵਾ ਨਹੀਂ ਕਰ ਸਕਦਾ। ਸਾਡੇ ਵਿੱਚੋਂ ਤੇ ਕੀ ਸੰਸਾਰ ਦਾ ਕੋਈ ਵੀ ਜੀਵ ਇਸ ਗੱਲ ਦਾ ਦਾਵਾ ਨਹੀਂ ਕਰ ਸਕਦਾ ਕਿ ਮੈਂ ਅਜੇ ਜਿਉਣਾ ਹੈ, ਅਜੇ ਮੇਰੀ ਜ਼ਿੰਦਗੀ ਬਹੁਤ ਲੰਮੇਰੀ ਹੈ। ਕੋਈ ਦਾਵਾ ਨਹੀਂ ਕਰ ਸਕਦਾ। ਇੱਥੇ ਤੇ ਮਾਲਕ ਜੀ ਨੇ ਜ਼ਿਕਰ ਕਰਦੇ ਆ, ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਬਚਨ ਆਪ ਦੀਆਂ ਰਚਨਾਵਾਂ ਤੇ ਰਹਿੰਦਾ ਹੈ। ਮਾਲਕ ਜੀ ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇਹ 3 ਅਵਸਥਾਵਾਂ ਨੇ ਜ਼ਿੰਦਗੀ ਦੀਆਂ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਦਾਵਾ ਨਹੀਂ ਕੀਤਾ ਕਿ ਤੂੰ ਤਿੰਨੋਂ ਮਾਣੇਗਾ। ਇਹ ਦਾਵਾ ਨਹੀਂ ਹੈ। ਹੋ ਸਕਦਾ ਤੈਨੂੰ ਬਾਲ ਅਵਸਥਾ ਵਿੱਚ ਹੀ ਉਹ ਲੈ ਜਾਏ। ਤੈਨੂੰ ਤੇ ਉਸ ਦਿਨ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਸੱਜਣਾ, ਜਿਸ ਦਿਨ ਉਹਨੇ ਬਾਲ ਅਵਸਥਾ ਤੋਂ ਪਾਰ ਲੰਘਾ ਕੇ ਤੇ ਤੈਨੂੰ ਜਵਾਨੀ ਵਿੱਚ ਉਹਨੇ ਦਾਖਲ ਕਰਵਾਇਆ। ਤੈਨੂੰ ਉਦੋਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਮਾਲਕਾ ਬਚਪਨ ਤੇ ਗੁਜ਼ਰ ਗਿਆ, ਹੁਣ ਰਹਿਮਤ ਕਰ, ਜਵਾਨੀ ਆਈ ਤੇ ਕਿਰਪਾ ਕਰ, ਆ ਜੋਬਨ ਆ ਜਵਾਨੀ ਤੇਰੇ ਚਿੰਤਨ ਵਿੱਚ ਗੁਜ਼ਰੇ। ਚਾਹੀਦਾ ਤੇ ਤਾਂ ਸੀ। ਹੋਇਆ ਕੀ? ਬਾਲਪਨ ਵਿੱਚ ਪਰਿਵਾਰ ਕਹਿੰਦਾ ਰਿਹਾ ਵੀ ਕੋਈ ਨਹੀਂ, ਅਜੇ ਬਚਪਨ ਹੈ। ਜਵਾਨੀ ਆ ਗਈ, ਅਸੀਂ ਕਹਿੰਦੇ ਰਹੇ ਵੀ ਹੁਣ ਤੇ 4 ਦਿਨ ਜ਼ਿੰਦਗੀ ਨੂੰ ਮਾਨਣ ਦੇ ਨੇ ਤੇ ਹੁਣੇ ਰੱਬ ਦੀ ਭਗਤੀ ਵਾਲੇ ਪਾਸੇ ਲੱਗ ਜਾਈਏ। ਇਹ ਕਿਵੇਂ ਹੋ ਸਕਦਾ? ਪਹਿਲੋਂ ਪਰਿਵਾਰ ਕਹਿੰਦਾ ਰਿਹਾ ਵੀ ਕੋਈ ਗੱਲ ਨਹੀਂ, ਬਾਲਪਨ ਹੈ, ਬਚਪਨ ਹੈ। ਫਿਰ ਅਸੀਂ ਖੁਦ ਕਹਿੰਦੇ ਰਹੇ ਵੀ ਹੁਣ ਜਵਾਨੀ ਹੈ ਭਾਈ, ਜੋਬਨ ਹੈ, ਤੇ ਇਸ ਜੋਬਨ ਵਿੱਚ ਆ ਕੇ ਰੱਬ ਦੀ ਬੰਦਗੀ ਕਰਨ ਨੂੰ ਤੇ ਅਜੇ ਸਮਾਂ ਬਹੁਤ ਪਿਆ। ਕੋਈ ਗੱਲ ਨਹੀਂ, ਰੱਬ ਨੂੰ ਧਿਆ ਲਾਂਗੇ, ਰੱਬ ਦੀ ਬੰਦਗੀ ਕਰ ਲਾਂਗੇ, ਪਰ ਪਹਿਲੋਂ ਜੋਬਨ ਮਾਣ ਲਈਏ। ਫਿਰ ਇਨਸਾਨ ਖੁਦ ਸੋਚਣ ਲੱਗ ਜਾਂਦਾ ਹੈ। ਜਿੱਦਣ ਬੁਢੇਪਾ ਆ ਜਾਂਦਾ ਹੈ
उस दिन इंसान फिर रब नूं ते चेते करना चाहुंदा है, पर हुण शरीर साथ नहीं दिंदा, हुण काया साथ नहीं दिंदी, हुण जुबान साथ नहीं दिंदी, हुण अखां नेत्र साथ नहीं दिंदे, ना कंन साथ दिंदे ने। क्योंकि सारा हुण हालात तब्दील हो गए ना, सारे हालात बदल गए। इसलिए गुरु तेग बहादुर साहब ने सानू चेते करवाउंदियां आखिया, भाई 3 अवस्थावां ते जाण, पर मता मन विच भरम रखी भी तू तैनूं मान के जाएगा। ये भरम मन विच ना रवे, क्योंकि वो मालिक जी की रजा, उस मालिक जी का भाना है कि उन्हें कदों किनू किहड़े वेले किस थां उत्ते किस ढंग दे नाल किवें लै जाना है। ते मालिक जी एक बाणी विच जिक्र करदे कि वो मालिक इतना जोर दा मालिक है, इन्नी बल दा, इन्नी ताकत दा मालिक है कि वो किसी भी साख संबंधी नूं भेत नहीं दे के जाता। पकड़ चलायन दूत जामा, किसे ना देनी भेत, किसी नूं भेत नहीं। फिर वो ते ऐसा है कि मालिक जी कहते बिन पुछिया ही लै जाए, वो तो लैके जान लग्गिया भी नहीं पुछदा भी लैके जावांगे ना। सगों उस वक्त ते आ हालात ने, हर फरमान दरगाह का आया, चलो शिताब दीवान बुलाया। उदों अगले सुनणगे थोड़ी भी, हुण भाई 4 घड़ियां दा वेला होर दे दिओ जां 2 पल दा वेला होर दे दिओ, बस इउं करो, मैं 2 पल भी नहीं मंगदा तुहाडे कोलों, किते 1-2 साह ही मैनूं होर बख्श दिओ। नहीं, उस वक्त दे भाई चलो, हर फरमान दरगाह का आया, रब ने फरमान भेजे है ते असीं उहदे हुक्म तो हुण मुनकर नहीं हो सकते। साहिब ने की चेते करवाया, अज सानू साडी मौत, मरना मुल्ला मरना, ये चेते रख। क्योंकि जदों ये चेते होएगी ना, फिर भी करतारों डरना, फिर करतार दा डर भी होएगा ते करतार दा चिंतन भी होएगा, रब दा चिंतन भी होएगा। अक्सर जदों जीव मौत विसार दिंदा है, रब भुल जांदा है। अक्सर तुसीं इस गल नूं अनुभव अपनी रोजाना दे अपन जीवन विचों कर सकते हैं। चंगा भला इंसान जिंदगी जिउ रहा, रब भी याद नहीं है। अचानक चक कोई ऐसी घटना वापर जाए जिहदे विच इहनूं मरण दे पूरा माहौल दिस रिहा सी भी मेरी मौत पक्की है। जां इउं कह लीए, सिर्फ एक समझण वास्ते उदाहरण भी, बंदा तुरिया जांदा जंगल के इलाके नूं पार करन वास्ते, मस्त मौला हो के तुरिया जांदा, कोई रब चेते नहीं, कोई मौत का डर नहीं। अचानक चक सामने एक शेर आके दहाड़ पए। इहदी मन च एक विचार पक्की हो जाती भी हुण मेरी मौत पक्की, मैं मर जाना। हुण ये उत्थे खड़ा शेर का मुकाबला करे, शेर नूं रोके जां शेर इहदे उत्ते हमला करे, उदों पहला पहला रब अगे अरदासां करदा। किड्डी छेती रब चेते आया, किड्डी छेती रब की बंदगी चेते आई। और उत्थे फिर ख्याल रखियो, मन भटकदा भी नहीं, एकाग्र हो के रब नूं चेते करदा। किथे सतगुरु बाणी च कहंदे भी मन टिकदा नहीं एक स्थान ते, इनू टिकाउणा बहुत औखा है। जेड़ा मन नूं साध के एक जगह उत्ते टिका लैंदा, मन नूं एक जगह ते खड़ा लैंदा, उहदे वर्गा साधु कोई नहीं। ते उथे मौत दे डर ने इन्ना क प्रभाव पाया भी मन एक पासे नूं गया ही नहीं, हुण सिर्फ एक थां ते खड़ोता है, तस तो मस भी नहीं हुंदा। हुण रब दी बंदगी च एकाग्र चित हो के जुड़िया होया, कारण मौत का डर बहुत है। वो मौत के डर ने
ਇੰਨਾ ਪ੍ਰਭਾਵ ਪਾਇਆ ਵੀ ਮਨ ਦੀ ਭਟਕਣਾ ਮੁਕਾ ਕੇ ਰੱਖਤੀ, ਮਨ ਦੀ ਦੌੜ ਭੱਜ ਖਤਮ ਕਰਕੇ ਰੱਖਤੀ। ਹੁਣ ਬੰਦਾ ਉੱਥੇ ਆਪਣੇ ਧਨ ਦੀ ਨਹੀਂ ਸੋਚਦਾ, ਬੰਦਾ ਆਪਣੇ ਬਿਜ਼ਨਸ ਦੀ ਨਹੀਂ ਸੋਚਦਾ, ਬੰਦਾ ਆਪਣੇ ਪਰਿਵਾਰ ਦੀ ਨਹੀਂ ਸੋਚਦਾ, ਬੰਦਾ ਉੱਥੇ ਇਹ ਸੋਚਦਾ ਰੱਬਾ ਇੱਕ ਵਾਰੀ ਮੇਰੀ ਜ਼ਿੰਦਗੀ ਬਚਾ ਲਾ, ਮੇਰਾ ਸਰੀਰ, ਮੇਰੀ ਕਾਇਆ, ਮੇਰਾ ਜੀਵਨ ਬਚ ਜਾਏ। ਉਦੋਂ ਬੰਦਾ ਫਿਰ ਇਹ ਨਹੀਂ ਸੋਚਦਾ ਵੀ ਹਾਏ ਮੇਰਾ ਧਨ ਖੱਟਿਆ ਕੀ ਕਰੇਗਾ, ਮੇਰਾ ਬਿਜ਼ਨਸ ਕਿਸ ਪਾਸੇ ਨੂੰ ਜਾਏਗਾ। ਉੱਥੇ ਤੇ ਬੰਦੇ ਨੂੰ ਆਪਣੀ ਮੌਤ ਦੇ ਸਰੀ ਹੈ, ਜਿਹਨੂੰ ਮੌਤ ਦੇ ਸਰੀ ਹੈ ਉਹ ਤੇ ਜ਼ਿੰਦਗੀ ਦੀ ਲਾਲਸਾ ਰੱਖ ਕੇ ਬੈਠਾ, ਰੱਬਾ ਜ਼ਿੰਦਗੀ ਬਚ ਜਾਏ। ਉਹ ਧਨ ਥੋੜੀ ਬਚਾਉਂਦਾ। ਇਸ ਲਈ ਸਤਿਗੁਰੂ ਨੇ ਪਹਿਲੋਂ ਮੌਤ ਚੇਤੇ ਕਰਵਾ ਕੇ ਫਿਰ ਕਿਹਾ ਕਰਤਾਰ ਨੂੰ ਚੇਤੇ ਰੱਖ, ਰੱਬ ਨੂੰ ਚੇਤੇ ਰੱਖ। ਤੇ ਕਹਿ ਸਕਦੇ ਆ ਜਦੋਂ ਮੌਤ ਹੀ ਚੇਤੇ ਆ ਗਈ, ਕਰਤਾਰ ਨੂੰ ਚੇਤੇ ਕਰਾਉਣ ਦੀ ਤੇ ਲੋੜ ਹੀ ਨਹੀਂ, ਕਰਤਾਰ ਤੇ ਖੁਦ ਚੇਤੇ ਵਿੱਚ ਰਹੇਗਾ, ਰੱਬ ਚੇਤੇ ਵਿੱਚ ਰਹੇਗਾ। ਸਤਿਗੁਰੂ ਕਹਿੰਦੇ ਸੱਜਣਾ ਤੂੰ ਮੌਤ ਦੇ ਡਰ ਵਿੱਚ ਸਮਾਂ ਨਾ ਗਵਾ, ਮੌਤ ਕੋਲੋਂ ਡਰ ਕੇ ਸਮਾਂ ਨਾ ਗਵਾ, ਕੋਸ਼ਿਸ਼ ਕਰ ਰੱਬ ਦਾ ਨਿਰਮਲ ਭਾਉ ਆਪਣੇ ਹਿਰਦੇ ਵਿੱਚ ਰੱਖ ਕੇ ਭਲੇ ਕੰਮ ਕਰ ਤੇ ਆਪਣੀ ਮੌਤ ਚੇਤੇ ਰੱਖ। ਹੁਣ ਇੱਥੇ ਦੋ ਗੱਲਾਂ ਦਾ ਮੈਂ ਜ਼ਿਕਰ ਕੀਤਾ, ਰੱਬ ਦਾ ਨਿਰਮਲ ਭਾਉ ਰੱਖ ਕੇ ਨਿਰਮਲ ਕਰਮ ਕਰ, ਚੰਗੇ ਕੰਮ ਕਰ ਤੇ ਆਪਣੀ ਮੌਤ ਚੇਤੇ ਰੱਖ। ਅਕਸਰ ਜਦੋਂ ਮਨ ਵਿੱਚ ਰੱਬ ਦਾ ਡਰ ਹੋਏਗਾ ਬੰਦਾ ਚੰਗੇ ਕੰਮ ਹੀ ਕਰੇਗਾ, ਮਾੜੇ ਨਹੀਂ ਕਰਦਾ। ਮਨੁੱਖ ਭੈੜੇ ਕੰਮ ਕਰਦਾ ਹੀ ਉਦੋਂ ਹੈ ਜਦੋਂ ਹਿਰਦੇ ਵਿੱਚੋਂ ਰੱਬ ਜੀ ਦਾ ਡਰ ਵਿਸਰ ਜਾਂਦਾ ਹੈ, ਰੱਬ ਦਾ ਡਰ ਮੁੱਕ ਜਾਂਦਾ ਹੈ, ਉਦੋਂ ਭੈੜੇ ਕੰਮਾਂ ਤੇ ਤੁਰ ਪੈਂਦਾ। ਫਿਰ ਭਲੇ ਕਰਮ ਕਰਦੇ ਆ, ਚੰਗੇ ਕੰਮ ਕਰਦੇ ਆ, ਆਪਣੀ ਮੌਤ ਨੂੰ ਚੇਤੇ ਰੱਖਣਾ ਵੀ ਆਹ ਜਿਹੜਾ ਕੰਮ ਕਰਨ ਲੱਗਾ ਹੋ ਸਕਦਾ ਮੇਰਾ ਆਖਰੀ ਹੋਵੇ ਤੇ ਮੈਂ ਆਪਣੀ ਜ਼ਿੰਦਗੀ ਦਾ ਆਖਰੀ ਕੰਮ ਮਾੜਾ ਕਿਉਂ ਕਰਾਂ। ਜਿਹੜਾ ਕੰਮ ਮੈਂ ਕਰਨ ਲੱਗਿਆ ਹੋ ਸਕਦਾ ਇਹ ਕੰਮ ਮੇਰੀ ਜ਼ਿੰਦਗੀ ਦਾ ਆਖਰੀ ਹੋਵੇ ਤੇ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਕੰਮ ਨੂੰ ਮਾੜਾ ਕਿਉਂ ਕਰਾਂ, ਮੈਂ ਆਪਣੀ ਜ਼ਿੰਦਗੀ ਦਾ ਆਖਰੀ ਕੰਮ ਚੰਗਾ ਕਰਕੇ ਜਾਵਾਂ। ਜਦੋਂ ਮਾੜਾ ਕੰਮ ਕਰਨ ਲੱਗੀਏ ਜਾਂ ਮਨ ਵਿੱਚ ਮਾੜਾ ਕਰਮ ਕਰਨ ਦੀ ਵਿਚਾਰ ਆਏ ਉਦੋਂ ਨਾਲ ਦੀ ਨਾਲ ਆਪਣੇ ਮਨ ਅੰਦਰ ਇਹ ਵਿਚਾਰ ਲੈ ਆਇਆ ਕਰੀਏ ਆ ਜ਼ਿੰਦਗੀ ਦਾ ਆਖਰੀ ਕੰਮ ਹੋ ਸਕਦਾ ਹੈ, ਕਿਤੇ ਇਹ ਨਾ ਹੋਵੇ ਆ ਆਖਰੀ ਕੰਮ ਮੇਰੇ ਮੱਥੇ ਦਾ ਕਲੰਕ ਬਣ ਕੇ ਰਹਿ ਜਾਏ। ਫਿਰ ਰੁਕ ਜਾਵਾਂਗੇ, ਕਿਵੇਂ ਕਰਾਂਗੇ ਮਾੜਾ ਕੰਮ। ਸਮਾਜ ਐਵੇਂ ਸਵਾਰਿਆ ਜਾਏਗਾ, ਸਮਾਜ ਵਿੱਚ ਬਦਲਾਵ ਏਦਾਂ ਹੀ ਲਿਆਂਦਾ ਜਾ ਸਕਦਾ ਹੈ। ਇਹ ਨਹੀਂ ਵੀ ਮਾੜੇ ਕੰਮ ਕਰ ਕਰਕੇ ਤੇ ਅਸੀਂ ਕਹੀਏ ਸਮਾਜ ਵਿੱਚ ਬਦਲਾਵ ਆ ਜਾਏਗਾ, ਨਹੀਂ, ਸਮਾਜ ਵਿੱਚ ਬਦਲਾਵ ਏਦਾਂ ਨਹੀਂ ਆਉਣਾ। ਸਮਾਜ ਵਿੱਚ ਬਦਲਾਵ ਲੈ ਕੇ ਆਉਣ ਵਾਸਤੇ ਸਾਨੂੰ ਆਪਣੀ ਸੋਚ ਵਿੱਚ ਬਦਲਾਵ ਲਿਆਉਣਾ ਪਏਗਾ। ਜਿੰਨਾ ਚਿਰ ਸਾਡੀ ਸੋਚ ਵਿੱਚ ਬਦਲਾਵ ਨਹੀਂ ਆਉਂਦਾ ਉਨਾ ਚਿਰ ਅਸੀਂ ਸਮਾਜ ਦੀ ਨੁਹਾਰ ਨਹੀਂ ਬਦਲ ਸਕਦੇ। ਤੇ ਜੇ ਸਮਾਜ ਦੀ ਨੁਹਾਰ ਬਦਲਣੀ ਹੈ ਫਿਰ ਇਹ ਨਾ ਸੋਚੋ ਕੋਈ ਨਹੀਂ ਮੈਂ ਤੇ ਪਹਿਲੀ ਵਾਰੀ ਕੰਮ ਕਰਨ ਲੱਗਾ ਫਿਰ ਕੀ ਹੋ ਗਿਆ, ਲੋਕੀ ਇੰਨੇ ਚਿਰ ਤੋਂ ਕਰ ਰਹੇ ਨੇ। ਇਹ ਸੋਚ ਕੇ ਕੰਮ ਕਰਕੇ ਲੋਕੀ ਕਰ ਰਹੇ ਸਨ ਪਰ ਹੋ ਸਕਦਾ ਮੇਰੀ ਜ਼ਿੰਦਗੀ ਦਾ ਆਖਰੀ ਹੋਵੇ ਤੇ ਮੈਂ ਮੱਥੇ ਦਾ ਕਲੰਕ ਕਿਉਂ ਬਣਾਵਾਂ, ਮੇਰੇ ਮਸਤਕ ਦਾ ਕਲੰਕ ਕਿਉਂ ਬਣ ਜਾਏ। ਫਿਰ ਜਦੋਂ ਇਹ ਸੋਚ ਕੇ ਕਰਮ ਕਰਾਂਗੇ ਕਦੇ ਮਾੜਾ ਕੰਮ ਨਹੀਂ ਕਰਾਂਗੇ ਜ਼ਿੰਦਗੀ 'ਚ, ਕਦੇ ਵੀ ਨਹੀਂ। ਇਸ ਲਈ ਸਾਹਿਬ ਕਹਿੰਦੇ ਕਰਤਾਰ ਕੋਲੋਂ ਡਰ, ਮੌਤ ਤੇ ਸੱਜਣਾ ਪੱਕੀ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਜਦੋਂ ਫਾਰਸੀ ਭਾਸ਼ਾ ਵਿੱਚ ਜ਼ਿਕਰ ਕਰਦੇ ਤੇ ਕਿੱਡੇ ਪਿਆਰੇ ਬੋਲ ਸਮਝਾਉਂਦੇ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤਾਹ ਦਿਲ ਹੇਜ ਨਾ ਦਾਨੀ। ਅਜ਼ਰਾਇਲ ਫਰਿਸ਼ਤਾ ਤੇ ਸਿਰ ਤੇ ਬੈਠਾ ਹੈ ਨਾ, ਉਹ ਤੇ ਹਰ ਵਕਤ ਮੌਜੂਦ ਹੈ। ਉਹਨੇ ਕਿਸੇ ਨੂੰ ਬਖਸ਼ਿਆ ਨਹੀਂ, ਉਹ ਤੇ ਰੱਬ ਦੇ ਬਣਾਏ ਹੋਏ ਇੱਕ ਨਿਯਮ ਦਾ ਪਾਬੰਦ ਹੈ। ਜਿਹੜਾ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ ਹੈ ਉਹ ਤੇ ਰੱਬ ਦੇ ਬਣਾਏ ਨਿਯਮ ਦਾ ਪਾਬੰਦ ਹੈ।
ਤੇ ਰੱਬ ਦੇ ਹੁਕਮ ਦਾ ਬੱਝਾ ਹੋਇਆ। ਰੱਬ ਜੀ ਵੱਲੋਂ ਹੁਕਮ ਹੋਏਗਾ, ਉਹਨੇ ਇਨਸਾਨ ਵਿੱਚੋਂ, ਸਰੀਰ ਵਿੱਚੋਂ ਰੱਬੀ ਜੋਤ ਲੈ ਕੇ ਤੁਰ ਪੈਣਾ। ਫਿਰ ਉਸ ਵਕਤ ਨਾ ਜਦੋਂ ਰੱਬੀ ਜੋਤ ਲੈ ਕੇ ਤੁਰ ਪੈਂਦਾ ਉਹ, ਤੇ ਉਦੋਂ ਇਨਸਾਨ ਦੇ ਹੱਥ ਵਿੱਚ ਜਾਂ ਇਨਸਾਨ ਦੇ ਕੋਲ ਕਿਸੇ ਤਾਕਤ ਦੀ ਵਰਤੋਂ ਕਰਨ ਦਾ ਕੋਈ ਵੀ ਮੌਕਾ, ਸਬੱਬ ਇਹਦੇ ਕੋਲ ਨਹੀਂ ਰਹਿ ਜਾਂਦਾ, ਔਰ ਨਾ ਹੀ ਇਹਦੇ ਕੋਲ ਕੋਈ ਤਾਕਤ ਰਹਿ ਜਾਂਦੀ ਹੈ ਕਿ ਇਨਸਾਨ ਕਿਸੇ ਤਾਕਤ ਨੂੰ ਵਰਤ ਸਕੇ। ਇਸ ਲਈ ਭਲਾ ਤੇ ਇਸੇ ਵਿੱਚ ਹੀ ਹੈ। ਆਪਾਂ ਜਿੰਨੇ ਵੀ ਮਿਲ ਕੇ ਇੱਥੇ ਬੈਠੇ ਹਾਂ ਸੰਗਤ ਰੂਪ ਵਿੱਚ, ਸਾਰੇ ਜਾਣਦੇ ਆ ਅੱਜ ਨਹੀਂ ਤੇ ਕੱਲ ਮੇਰਾ ਆਖਰੀ ਹੈ। ਸਾਰੇ ਜਾਣਦੇ ਆ ਅੱਜ ਨਹੀਂ ਤੇ ਕੱਲ ਮੇਰੀ ਮੌਤ ਪੱਕੀ ਹੈ। ਆਪਾਂ ਸਾਰੇ ਜਾਣਦੇ ਆ। ਤੇ ਕਿਉਂ ਨਾ ਮਰਨ ਤੋਂ ਪਹਿਲਾਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਸੰਵਾਰ ਲਾਂ। ਮਰਨ ਤੋਂ ਪਹਿਲਾਂ ਪਹਿਲਾਂ ਜ਼ਿੰਦਗੀ ਸੰਵਾਰ ਲਾਂ। ਮਰਨ ਤੋਂ ਪਹਿਲਾਂ ਪਹਿਲਾਂ ਆਪਣਾ ਮੁਖ ਉਜਵਲ ਕਿਉਂ ਨਾ ਕਰ ਲਾਂ। ਮੌਤ ਤੇ ਪੱਕੀ ਹੈ। ਜਦੋਂ ਮੁਖ ਉਜਵਲ ਹੋਏਗਾ ਤਿਆਹੀਂ ਤੇ ਉਸ ਪ੍ਰਭੂ ਦੇ ਦਰ ਤੇ ਉਜਵਲ ਮੁਖ ਲੈ ਕੇ ਜਾਵਾਂਗੇ ਨਾ, ਤੇ ਉਹ ਉਜਵਲ ਮੁਖ ਮਰਨ ਤੋਂ ਬਾਅਦ ਵਿੱਚ ਨਹੀਂ ਹੋਣਾ, ਉਹ ਤੇ ਮਰਨ ਤੋਂ ਪਹਿਲਾਂ ਕਰਨਾ ਪੈਣਾ। ਰੱਬ ਕੋਲੋਂ ਰੱਬ ਦੀ ਬਖਸ਼ਿਸ਼ ਲੈ ਕੇ, ਗੁਰੂ ਕੋਲੋਂ ਗੁਰੂ ਕੀ ਰਹਿਮਤ ਲੈ ਕੇ, ਉਹ ਤੇ ਆਪਣਾ ਮੁਖ ਉਜਵਲ ਕਰਨਾ ਪਏਗਾ। ਮਰਨ ਤੋਂ ਬਾਅਦ ਵਿੱਚ ਕਿਸੇ ਦਾ ਮੁਖ ਉਜਵਲ ਨਹੀਂ ਹੋਣਾ। ਮਰਨ ਤੋਂ ਪਹਿਲਾਂ ਪਹਿਲਾਂ ਜ਼ਿੰਦਗੀ ਸੰਵਾਰਨੀ ਪਏਗੀ। ਮਰਨ ਤੋਂ ਪਹਿਲਾਂ ਪਹਿਲਾਂ ਜੀਵਨ ਨੂੰ ਬਦਲਣਾ ਪਏਗਾ। ਜ਼ਿੰਦਗੀ ਜਿਉਣ ਦਾ ਢੰਗ ਬਦਲਣਾ ਪਏਗਾ। ਜ਼ਿੰਦਗੀ ਜਿਉਣ ਦਾ ਤਰੀਕਾ ਬਦਲਣਾ ਪਏਗਾ। ਫਿਰ ਕਿਤੇ ਜਾ ਕੇ ਮਨੁੱਖ ਉਸ ਰੱਬ ਦੇ ਦਰ ਤੇ ਉਜਵਲ ਮੁਖ ਲੈ ਕੇ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਨਾਨਕ ਸਾਹਿਬ ਨੇ ਜ਼ਿਕਰ ਕਰਦਿਆਂ ਸਮਝਾਇਆ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਰਨ ਤੋਂ ਬਾਅਦ ਚ ਕੌਣ ਧਿਆਉਂਦਾ? ਧਿਆਉਂਦੇ ਤੇ ਜਿਉਂਦੇ ਜੀ ਨੇ ਨਾ, ਜਿਨ੍ਹਾਂ ਧਿਆਇਆ ਮਾਲਕ ਕਹਿੰਦੇ ਮੁਖ ਉਜਲੇ। ਜਿਨ੍ਹਾਂ ਧਿਆਇਆ ਉਹਨਾਂ ਦਾ ਪੱਲਾ ਫੜਨ ਵਾਲੇ ਵੀ ਆਪਣੀਆਂ ਜ਼ਿੰਦਗੀਆਂ ਸੰਵਾਰ ਗਏ। ਜਿਨ੍ਹਾਂ ਨੇ ਧਿਆਇਆ, ਚਾਹੇ ਉਹ ਕਿਸੇ ਗੁਰੂ ਸਾਹਿਬ ਦੇ ਵੇਲੇ ਕਿਸੇ ਗੁਰਸਿੱਖ ਦੀ ਜ਼ਿੰਦਗੀ ਦੀ ਬਾਤ ਕਰ ਲਓ, ਕਿਸੇ ਵੀ ਸਿੱਖ ਦੇ ਜੀਵਨ ਨੂੰ ਪੜ੍ਹ ਲਓ। ਮਾਲਕ ਜੀ ਦੇ ਕੋਲੋਂ ਜਦੋਂ ਸਿੱਖ ਬਖਸ਼ਿਸ਼ਾਂ ਲੈਂਦੇ ਨੇ ਨਾ, ਸਤਿਗੁਰੂ ਕੋਲੋਂ ਜਦੋਂ ਰਹਿਮਤਾਂ ਗੁਰੂ ਕੇ ਸਿੱਖ ਲੈਂਦੇ ਨੇ, ਮਾਲਕ ਜੀ ਕੱਲੇ ਕੱਲੇ ਸਿੱਖ ਨੂੰ ਨਿਵਾਜਦੇ, ਕੱਲੇ ਕੱਲੇ ਸਿੱਖ ਉਤੇ ਬਖਸ਼ਿਸ਼ਾਂ ਵਰਤਾਉਂਦੇ ਔਰ ਸਿੱਖਾਂ ਤੇ ਰਹਿਮਤਾਂ ਵਰਤਾਉਂਦੇ ਆ। ਸਤਿਗੁਰੂ ਉਹਨਾਂ ਨੂੰ ਇੰਨਾ ਕੁ ਬਲ ਦਿੰਦੇ ਵੀ ਉਹ ਬਾਣੀ ਦਾ ਪ੍ਰਚਾਰ ਕਰਨ ਤੇ ਦੂਜਿਆਂ ਨੂੰ ਗੁਰੂ ਦੇ ਲੜ ਨਾਲ ਲਾ ਸਕਣ। ਗੁਰੂ ਨਾਨਕ ਸਾਹਿਬ ਜੀ ਅੱਜ ਕਹਿੰਦੇ, ਹੇ ਭਾਈ, ਹੇ ਮੁੱਲਾ, ਅਟਲ ਸੱਚਾਈ ਹੈ ਕਿ ਮੌਤ ਆਉਣੀ ਹੈ, ਤੇ ਇਸ ਲਈ ਮੌਤ ਤੋਂ ਡਰਨ ਦਾ ਲਾਭ ਨਹੀਂ, ਮੌਤ ਕੋਲੋਂ ਖੌਫ ਰੱਖਣ ਦਾ ਲਾਭ ਨਹੀਂ। ਜ਼ਿੰਦਗੀ ਦੇਣ ਵਾਲੇ ਦੇ ਖੌਫ ਵਿੱਚ ਰਹਿ ਕੇ ਜ਼ਿੰਦਗੀ ਸੰਵਾਰਨ ਵਿੱਚ ਲਾਭ ਹੈ। ਇਸ ਲਈ ਕਰਤਾਰ ਕੋਲੋਂ ਡਰ ਕੇ ਰੱਬ ਦੇ ਭਾਣੇ ਵਿੱਚ ਰਹਿੰਦਿਆਂ ਹੋਇਆ, ਰੱਬ ਦੀ ਰਜ਼ਾ ਵਿੱਚ ਰਹਿੰਦਿਆਂ ਹੋਇਆ ਆਪਣੀ ਜ਼ਿੰਦਗੀ ਨੂੰ ਸੰਵਾਰ ਲਈਏ। ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ, ਆਬ ਖਾਕ ਜਿਨ ਬੰਦ ਰਹਾਈ, ਤਨ ਸਿਰਜਣਹਾਰੋ। ਫਿਰ ਉਸ ਮਾਲਕ ਦੀ ਵਡਿਆਈ ਨੂੰ ਗਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਸੋਈ ਮੌਲਾ, ਮੌਲਾ ਕਿਹਾ ਜਾਂਦਾ ਹੈ ਮਾਲਕ ਨੂੰ।
ਉਹੀ ਹੈ ਮਾਲਕ ਜਿਨ ਜਗ ਮੌਲਿਆ, ਜਿਨੇ ਸਾਰੇ ਜਗਤ ਨੂੰ ਮੌਲਿਆ ਹੈ। ਹੁਣ ਮੌਲਿਆ ਤੋਂ ਭਾਵ ਹਰਿਆ ਕੀਤਾ, ਹਰਿਆ ਤੋਂ ਭਾਵ ਜਗ ਨੂੰ ਜ਼ਿੰਦਗੀ ਦਿੱਤੀ ਜਿਹਨੇ। ਜਗਤ ਹਰਿਆ ਭਰਿਆ ਕਿਹਦੇ ਕਰਕੇ ਹੈ? ਮਾਲਕ ਕਰਕੇ ਹੀ ਹੈ, ਪ੍ਰਭੂ ਕਰਕੇ ਹੈ। ਸੋਈ ਮੌਲਾ ਜਿਨ ਜਗ ਮੌਲਿਆ। ਅਸਲ ਵਿੱਚ ਮੌਲਾ ਤੋਂ ਭਾਵ ਹੈ ਖਿਡਾਓ, ਖੇੜਾ। ਉਹੀ ਮਾਲਕ ਨੇ ਇਹ ਸਾਰੇ ਜਗਤ ਨੂੰ ਖੇੜਾ ਦਿੱਤਾ ਹੋਇਆ। ਤੇ ਜਗਤ ਕੀ ਹੈ? ਹਰਿਆ ਭਰਿਆ। ਜਦੋਂ ਮੌਲਾ ਦਾ ਅਰਥ ਆਪਾਂ ਕਰਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨਾ, ਮੌਲੀ ਧਰਤੀ ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ਼। ਹੁਣ ਉੱਥੇ ਮੌਲੇ ਤੋਂ ਭਾਵ ਕੀ ਹੈ? ਖਿਡਾਓ। ਉਹ ਮਾਲਕ ਜਿਹੜਾ ਹੈ ਉਹੀ ਹੈ ਜਿਹਦੇ ਕਰਕੇ ਸਾਰੇ ਦਾ ਸਾਰਾ ਜਗਤ ਕਾਹਦੇ ਵਿੱਚ ਹੈ? ਖਿਡਾਓ ਵਿੱਚ ਹੈ। ਖਿੜਿਆ ਹੋਇਆ ਸਾਰਾ ਜਗਤ। ਕਿੰਨੀਆਂ ਖੁਸ਼ੀਆਂ ਮਾਣਦਾ ਬੰਦਾ। ਸਮਾਜ ਦਾ ਇੱਕ ਇੱਕ ਜੀਵ ਕਿੰਨੀ ਪ੍ਰਸੰਨਤਾ ਮਾਣਦਾ। ਕੱਲਾ ਕੱਲਾ ਜੀਵ ਕਿੰਨੇ ਖੇੜੇ ਵਿੱਚ ਹੈ। ਕਿਹਦੇ ਕਰਕੇ? ਜਿਹਨੂੰ ਸਤਿਗੁਰੂ ਜੀ ਕਹਿੰਦੇ ਨਾ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹਨੇ ਤੇ ਲੱਖਾਂ ਦੀ ਜ਼ਿੰਦਗੀਆਂ ਦੇ ਦਰਿਆ ਵਗਾ ਤੇ। ਹੁਣ ਉਹ ਦਰਿਆ ਲੱਖਾਂ ਜ਼ਿੰਦਗੀਆਂ ਦੇ ਵਗਾਉਣ ਤੋਂ ਭਾਵ ਲੱਖਾਂ ਜੀਵ ਉਹਨੇ ਪੈਦਾ ਕੀਤੇ, ਲੱਖਾਂ ਜੀਵਾਂ ਨੂੰ ਉਹਨੇ ਜ਼ਿੰਦਗੀ ਦੀ ਦਾਤ ਦਿੱਤੀ। ਜਦੋਂ ਜ਼ਿੰਦਗੀ ਦੀ ਦਾਤ ਖੋਹ ਲਏਗਾ ਉਦੋਂ ਤੇ ਉਹ ਦਰਿਆ ਸੁੱਕ ਗਿਆ ਨਾ। ਜਿਸ ਦਰਿਆ ਨੂੰ ਉਹਨੇ ਵਗਾਤਾ ਉਹ ਦਰਿਆ ਜ਼ਿੰਦਗੀ ਨਾਲ ਖਿੜਿਆ ਹੋਇਆ, ਖਿੜਾਓ ਵਿੱਚ ਹੈ, ਜ਼ਿੰਦਗੀ ਦੇ ਵਹਿਣ ਵਿੱਚ ਵਹਿ ਰਿਹਾ ਹੈ। ਤੇ ਜਿੱਥੋਂ ਉਹਨੇ ਆਪਣੀ ਸੱਤਾ ਖਿੱਚ ਲਈ ਉਹ ਜ਼ਿੰਦਗੀ ਰੂਪੀ ਦਰਿਆ ਸੁੱਕ ਜਾਂਦਾ। ਮਾਲਕ ਕਹਿੰਦੇ ਸੋਈ ਮੌਲਾ ਜਿਨ ਜਗ ਮੌਲਿਆ। ਫਿਰ ਵੇਖੋ ਨਾਲ ਜ਼ਿਕਰ ਕੀਤਾ, ਹਰਿਆ ਕੀਆ ਸੰਸਾਰੋ। ਸਾਰਾ ਸੰਸਾਰ ਉਹਨੇ ਹਰਿਆ ਭਰਿਆ ਕੀਤਾ ਹੋਇਆ ਹੈ। ਤੇ ਉਹ ਆਪ ਹੀ ਹੈ ਨਾ ਸਿਰਜਣਹਾਰ, ਜਿਹਨੂੰ ਸਤਿਗੁਰੂ ਜੀ ਕਹਿੰਦੇ ਭਗਤ ਕਬੀਰ ਸਾਹਿਬ, ਮਾਟੀ ਏਕ ਅਨੇਕ ਭਗਤ ਕਰ ਸਾਜੀ ਸਾਜਣਹਾਰੈ। ਨਾ ਕਛ ਪੋਚ ਮਾਟੀ ਕੈ ਭਾਂਡੈ, ਨਾ ਕਛ ਪੋਚ ਕੁੰਭਾਰੈ। ਹੁਣ ਹੈ ਤੇ ਉਹੀ ਸਿਰਜਣਹਾਰਾ। ਸਾਰੇ ਦੇ ਸਾਰੇ ਜਗਤ ਨੂੰ ਆਪਣੀ ਸੱਤਾ ਕਰਕੇ, ਆਪਣੀ ਤਾਕਤ ਕਰਕੇ ਉਹਨੇ ਹਰਿਆ ਭਰਿਆ ਕੀਤਾ ਹੋਇਆ ਸਾਰੇ ਦੇ ਸਾਰੇ ਜਗਤ ਨੂੰ। ਔਰ ਸਾਰੇ ਦਾ ਸਾਰਾ ਜਗਤ ਉਹਦੇ ਦਿੱਤੇ ਬਲ ਸਦਕਾ, ਉਹਦੀ ਦਿੱਤੀ ਹੋਈ ਤਾਕਤ ਸਦਕਾ, ਉਹਦੀ ਦਿੱਤੀ ਸਤਾ ਸਦਕਾ ਹਰਿਆ ਭਰਿਆ ਹੈ, ਖਿੜਾਓ ਵਿੱਚ ਹੈ। ਫਿਰ ਆਬ ਖਾਕ ਜਿਨ ਬੰਦ ਰਹਾਈ। ਆਬ ਔਰ ਖਾਕ। ਆਬ ਕਿਹਾ ਜਾਂਦਾ ਪਾਣੀ ਨੂੰ, ਖਾਕ ਮਿੱਟੀ। ਸਤਿਗੁਰੂ ਕਹਿੰਦੇ ਫਿਰ ਉਹ ਮਾਲਕ ਨੇ ਐਡੀ ਰਹਿਮਤ ਵਰਤਾਈ ਪਾਣੀ ਔਰ ਮਿੱਟੀ, ਜਿਹਨੂੰ ਇਉਂ ਕਹਿ ਲਈਏ ਪੰਜਾਂ ਤੱਤਾਂ ਨੂੰ ਮਿਲਾ ਕੇ ਬੰਦ ਰਹਾਈ ਉਹਨੇ ਬਣਾਇਆ। ਕੀ? ਸੰਸਾਰ, ਸਾਰਾ ਸ੍ਰਿਸ਼ਟੀ ਸਾਰੀ। ਧਨ ਸਿਰਜਣਹਾਰੋ। ਤੇ ਉਹ ਸਿਰਜਣਹਾਰ ਧਨ ਹੈ, ਕਿਉਂਕਿ ਜਿਹੜੀ ਸਿਰਜਣਾ ਰੱਬ ਨੇ ਕੀਤੀ ਹੈ ਨਾ, ਉਹ ਸਿਰਜਣਾ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ, ਕੋਈ ਵੀ ਤਾਕਤ। ਜਿਹਨੂੰ ਭਗਤ ਰਵਿਦਾਸ ਜੀ ਜਦੋਂ ਜ਼ਿਕਰ ਕਰਦੇ ਤੇ ਉਹ ਆਖਦੇ ਵੀ ਰੱਬ ਵੱਲੋਂ ਇੱਕ ਮਿੱਟੀ ਦਾ ਪੁਤਲਾ ਬਣਾਇਆ ਗਿਆ। ਬਣਾਉਣ ਨੂੰ ਤੇ ਬੰਦਾ ਵੀ ਕਹਿ ਦੇਗਾ ਮੈਂ ਬਣਾ ਦਿੰਦਾ, ਔਰ ਬੰਦੇ ਨੇ ਬਣਾਏ ਵੀ ਮਿੱਟੀ ਦੇ ਪੁਤਲੇ ਬਹੁਤ ਬਣਾਏ। ਇਹ ਥੋੜੀ ਵੀ ਇਨਸਾਨ ਮਿੱਟੀ ਦੇ ਪੁਤਲੇ ਨਹੀਂ। ਮੂਰਤਾਂ ਕਾਹਦੀਆਂ ਬਣੀਆਂ ਨੇ? ਜਿਹੜੀਆਂ ਮੂਰਤਾਂ ਇਨਸਾਨ ਵੱਲੋਂ ਬਣਾਈਆਂ ਜਾਂਦੀਆਂ ਨੇ ਉਹ ਕਾਹਦੀਆਂ ਨੇ? ਮਿੱਟੀ ਦੀਆਂ ਹੀ ਬਣਾ ਰਿਹਾ ਨਾ, ਜਾਂ ਪੱਥਰ ਦੀਆਂ ਬਣਾ ਰਿਹਾ। ਅਲੱਗ ਅਲੱਗ ਮਟੀਰੀਅਲ ਦੇ ਨਾਲ ਮੂਰਤਾਂ ਘੜੀ ਜਾ ਰਿਹਾ। ਬਣਾਉਣ ਵਾਲੇ ਨੇ ਮਿੱਟੀ ਨਾਲ ਮੂਰਤਾਂ ਬਣਾਈਆਂ। ਪਰ ਬਾਬਾ ਰਵਿਦਾਸ ਜੀ ਨੇ ਜੋ ਹੈਰਾਨੀਜਨਕ ਬਾਤ ਕੀਤੀ, ਕਹਿੰਦੇ ਮਿੱਟੀ ਦੀਆਂ ਮੂਰਤਾਂ ਬਣਾਉਣ ਵਾਲੇ ਬਹੁਤ ਨੇ, ਪਰ ਇੱਕ ਰੱਬ ਐਸਾ ਹੈ ਜਿਹਦੀ ਮਿੱਟੀ ਦੀ ਬਣਾਈ ਹੋਈ ਮੂਰਤ ਨਾ ਤੁਰਦੀ ਵੀ ਹੈ, ਚੱਲਦੀ ਵੀ ਹੈ, ਵੇਖਦੀ ਵੀ ਹੈ,
ਬੋਲਦੀ ਵੀ ਹੈ ਔਰ ਹਰ ਤਰ੍ਹਾਂ ਦੀ ਹਰਕਤ ਵੀ ਕਰਦੀ ਹੈ। ਇਹ ਕੇਵਲ ਰੱਬ ਦੀ ਬਣਾਈ ਮੂਰਤ ਹੈ ਔਰ ਦੁਨੀਆ ਦੀ ਕੋਈ ਮਿੱਟੀ ਦੀ ਮੂਰਤ ਨਹੀਂ ਜਿਹੜੀ ਤੁਰ ਸਕਦੀ ਹੋਵੇ। ਮਿੱਟੀ ਦੀ ਮੂਰਤ ਨੂੰ ਪੈਂਡਾ ਤੈਅ ਕਰਨ ਵਾਸਤੇ ਚੁੱਕ ਕੇ ਲਿਜਾਣਾ ਪੈਂਦਾ ਹੈ, ਉਹ ਆਪ ਤੈਅ ਨਹੀਂ ਕਰ ਸਕਦੀ। ਪਰ ਰੱਬ ਵੱਲੋਂ ਬਣਾਈ ਮੂਰਤ ਦਾ ਜਦੋਂ ਜ਼ਿਕਰ ਕੀਤਾ, ਬਾਬਾ ਰਵਿਦਾਸ ਜੀ ਕਹਿੰਦੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ, जब कछ पावे तब गर्भ करत है, माया गई तब रोवन लगत है। हुण वो मिट्टी का पुतला जिहड़ा इंसान वल्लों बनाया वो एक भी हरकत नहीं कर सकता, ना ते वो नाच कर सकता। इत्थे भगत रविदास जी ने सब तो पहलों की कहा, माटी को पुतरा कैसे नचत है, किदां नच रहा है। हुण इत्थे नाच तो भाव नहीं भी नाच करदा फिरदा है, इत्थे नाच तो भाव भी किवें भज्जिया फिरदा, इशारियां ते किवें दौड़िया फिरदा है, ये टिक के नहीं बैठदा। इत्थे नाच तो भाव टिक के ना बैठना। कैसे नचत है फिर देखै देखै, किहड़ी मिट्टी का पुतला वेखदा, सुणे सुनदा किहड़ा, बोले किहड़ा बोलदा है, दौड़ियो फिरत है भज्जिया फिरदा है कोई मिट्टी का पुतला दौड़दा होया। और इस मिट्टी के पुतले की हालत है, जब कछ पावे तब गर्भ करत है, जदों कुछ मिल जाता है उदों हंकार जाता है, माया गई तब रोवन लगत है, जदों कुछ चले जाता है फिर मत्थे ते हथ मारता है दुनिया की कोई मूरत, दुनिया की बनाई मिट्टी की मूरत। उन्हें कदे इस गल की हौमे नहीं की, मैनू बनाता मेरे मालिक ने, अज मनुख ने मैनू बनाया। उन्हें तो कदे इस गल का गुमान नहीं किया, क्योंकि वो शायद ये भी जानती है जिन्हें बनाया वो तो मिंट लाएगा ढाउण नूं। वो मिट्टी की पुतली ये गल जानती है, पर असीं ही नहीं जानते, सानू ही नहीं सोझी इस गल की। हाँ तो असीं भी मिट्टी के पुतले ही ना, जिन्हों बाबा कबीर जी ने कहा, कबीर तूर सकेल कै पुरियां पांदी दे, दिवस चार को पेखना अंत खे की खे। अखीर ते यही है, पर इस मिट्टी के पुतले नूं गुमान हो जाता है काहदे उत्ते, इस तन उत्ते जिहड़ा उस रब वल्लों बनाया गया, जिहदी पाया पता किन्नी है। जां भज्जै तां ठीकर होवै, काढ़त घड़ी ना जाए, बस इन्नी की पाया है, इस तो वध के कोई पाया नहीं। और ये ना पाया वाली जिहड़ी काया है ना, इस गल दा ही गुमान करी बैठी है, मैनू बनाया रब ने ते बहुत सोहना बनाया। सतगुरु दी बाणी पढ़ो, हाड मास नाड़ी को पिंजर पंखी बसे बिचारा, प्राणी क्या मेरा क्या तेरा, जैसे तरवर पंख बसेरा। ते एक गुमान काहदे ते करी बैठा है। सतगुरु जी जदों बाणी ते जिक्र करते ना, उदों मालिक जी कहंदे, बिस्टा अस्त्र रगत पले ते चाम, बस एदे ते गुमान रखी बैठा है, एदे उत्ते ही गुमान करके बैठा ना। अंदर दी असलीयत है, जे किते आ इंसान दे उत्ते चमड़ी दा बनाया होया रब पड़दा ना पाए ते अंदर वेखण नूं किसे दा जी नहीं करदा। अज एक इंसान दूजे इंसान नूं वेखण लगा बड़े गौर नाल वेखदा है, कारण क्योंकि रब वल्लों उत्ते चमड़ी दा एक पड़दा पाता। ते जदों उच्चा चमड़ा जिहड़ा पड़दा फटदा है, जदों विचों असलीयत निकलदी है ना, जिहड़े इंसान गौर नाल वेखदे सन, वेख के लंघदे सन,
ਉਹ ਇਨਸਾਨ ਮੁੱਖ ਫੇਰ ਕੇ ਲੰਘਦੇ, ਸਾਡੇ ਕੋਲੋਂ ਨਹੀਂ ਵੇਖਿਆ ਜਾਂਦਾ, ਸਾਡੇ ਕੋਲੋਂ ਵੇਖਿਆ ਹੈ ਕਿ ਅਸਲ ਵਿੱਚ ਆ ਉੱਪਰਲਾ ਚੰਮ ਸੱਚ ਨਹੀਂ ਹੈ, ਸੱਚ ਅੰਦਰਲੀ ਚੀਜ਼ ਹੈ। ਅਸਲਾ ਤੇ ਉਹੀ ਹੈ ਨਾ, ਇਹ ਤੇ ਇੱਕ ਉੱਪਰ ਪੜਦਾ ਹੈ ਜਿਹੜਾ ਰੱਬ ਵੱਲੋਂ ਪਾਇਆ ਗਿਆ। ਔਰ ਜਦੋਂ ਕਿਤੇ ਆਪਾਂ ਵੇਖਦੇ ਹਾਂ ਕਿਤੇ ਸੜਕ ਉੱਤੇ ਕੋਈ ਹਾਦਸਾ ਹੋ ਜਾਏ ਜਾਂ ਕੋਈ ਵੈਸੇ ਅਣਸੁਖਾਵੀ ਘਟਨਾ ਵਾਪਰ ਜਾਏ, ਉੱਪਰਲਾ ਚਮੜੀ ਦਾ ਪਰਦਾ ਪਾੜ ਜਾਏ, ਉੱਪਰੋਂ ਚਮੜੀ ਫਟ ਜਾਏ ਤੇ ਵਿੱਚੋਂ ਜਦੋਂ ਅਸਲੀਅਤ, ਮਾਸਪੇਸ਼ੀਆਂ, ਮਿੱਝ ਉਹ ਨਿਕਲਦਾ ਸਾਰਾ ਕੁਝ, ਤੇ ਇਨਸਾਨ ਮੁੱਖ ਫੇਰ ਲੈਂਦਾ। ਇੱਥੋਂ ਤੱਕ ਜਿਸ ਇਨਸਾਨ ਦੀ ਕਾਇਆ ਹੈ ਨਾ, ਉਹ ਇਨਸਾਨ ਵੀ ਮੁੱਖ ਫੇਰ ਲੈਂਦਾ ਵੀ ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ। ਜਿਹਦੀ ਕਾਇਆ ਆਪਣੀ ਹੈ, ਜਿਹੜਾ ਨਿਤਾ ਪ੍ਰਤੀ ਕਾਇਆ ਨੂੰ ਵੇਖ ਵੇਖ ਖੁਸ਼ ਹੁੰਦਾ ਸੀ, ਪ੍ਰਸੰਨ ਹੁੰਦਾ ਸੀ। ਕਾਹਦੇ ਲਈ? ਮੇਰੇ ਵਰਗਾ ਰੂਪ, ਮੇਰੇ ਵਰਗਾ ਰੰਗ, ਮੇਰੇ ਵਰਗੀ ਸੋਹਣੀ ਬਣਤਰ ਰੱਬ ਨੇ ਕਿਸੇ ਨੂੰ ਨਹੀਂ ਦਿੱਤੀ। ਔਰ ਆਪਣਾ ਅਕਸ਼ ਵੇਖਦਾ ਫਿਰਦਾ ਸ਼ੀਸ਼ੇ ਮੂਹਰੇ ਖੜੋ ਖੜੋ ਕੇ। ਤੇ ਜਿਹੜਾ ਨਿਤਾ ਪ੍ਰਤੀ ਅਕਸ਼ ਇੱਕ ਦਿਨ 'ਚ ਪਤਾ ਨਹੀਂ ਕਿੰਨੀ ਵਾਰੀ ਵੇਖਣ ਵਾਲਾ, ਅੱਜ ਉਹੀ ਬੰਦਾ ਆਪਣੀ ਕਾਇਆ ਦਾ ਅਕਸ਼ ਤੇ ਛੱਡੋ, ਆਪਣੀ ਕਾਇਆ ਦੀ ਅਸਲੀਅਤ ਵੇਖਣ ਨੂੰ ਤਿਆਰ ਨਹੀਂ। ਕਿਉਂ? ਕਿਉਂਕਿ ਅੰਦਰ ਅਸਲੀਅਤ ਬਾਹਰ ਆ ਗਈ, ਉੱਪਰਲਾ ਪਰਦਾ ਹਟ ਗਿਆ। ਸਾਹਿਬ ਨੇ ਇਸੇ ਕਰਕੇ ਆਖਿਆ, ਕਹਿੰਦੇ ਆਬ ਖਾਕ ਜਿਨ ਬੰਦ ਰਹਾਈ, ਧਨ ਸਿਰਜਣਹਾਰੋ। ਵਾਕਈ ਉਹ ਸਿਰਜਣਹਾਰ ਧਨ ਹੈ ਜਿਨੇ ਮਨੁੱਖਾਂ ਦੀ, ਜੀਵਾਂ ਦੀ ਕਾਇਆ ਜੀਵਾਂ ਦੇ ਦੇਖਣ ਲਾਇਕ ਬਣਾਈ ਹੈ। ਕਿਹੜਾ ਹੈ ਐਸਾ ਸਿਰਜਣਹਾਰ? ਇਹ ਤੇ ਸੀ ਮਿੱਟੀ ਤੋਂ ਪੁਤਲੇ ਬਣਾਉਣ ਵਾਲਿਆਂ ਦੀ ਬਾਤ। ਕਿਹੜਾ ਸਿਰਜਣਹਾਰ ਹੈ? ਜਿਹੜਾ ਜਲ ਕੀ ਭੀਤ ਪਵਨ ਕਾ ਥੰਬਾ, ਜਲ ਦੀ ਦੀਵਾਰ ਖੜੀ ਕਰਨ ਵਾਲਾ ਹੈ ਕੋਈ ਸਿਰਜਣਹਾਰ? ਪਾਣੀ ਦੀ ਦੀਵਾਰ ਖੜੀ ਕਰਨ ਵਾਲਾ ਹੋਵੇ ਕੋਈ? ਪਾਣੀ ਦੀ ਦੀਵਾਰ ਨੂੰ ਖੜਿਆਂ ਕਰਨਾ, ਤੇ ਖੜਿਆਂ ਵੀ ਕੋਈ ਸਹਾਰਾ ਦੇ ਕੇ ਨਹੀਂ, ਸਿਰਫ ਹਵਾ ਦੇ ਸਹਾਰੇ ਖੜਿਆਂ ਕਰਨਾ। ਹੈ ਕੋਈ ਐਸੀ ਸਿਰਜਣਹਾਰ ਵਾਲੀ ਤਾਕਤ, ਜਾਂ ਕੋਈ ਸਿਰਜਣ ਵਾਲੀ ਤਾਕਤ ਐਸੀ ਹੋਵੇ? ਇਸੇ ਕਰਕੇ ਸਾਹਿਬ ਨੇ ਆਖਿਆ, ਧਨ ਸਿਰਜਣਹਾਰੋ। ਇਸੇ ਕਰਕੇ ਜਦੋਂ ਮਾਲਕ ਜੀ ਨੇ ਜ਼ਿਕਰ ਕੀਤਾ ਤੇ ਸਾਹਿਬ ਜੀ ਆਖਦੇ, ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ। ਹੈ ਤੇ ਉਹ ਸਿਰਜਣਹਾਰ ਹੀ ਹੈ ਨਾ, ਸਿਰੰਦਾ ਹੀ ਹੈ, ਸਿਰਜ ਰਿਹਾ। ਔਰ ਸਿਰਜ ਕੇ ਸਾਰੇ ਦੇ ਸਾਰੇ ਜਗਤ ਨੂੰ ਉਹਨੇ ਧੰਦੇ ਵਿੱਚ ਵੀ ਲਾਇਆ ਹੋਇਆ, ਆਪਣੀ ਆਪਣੀ ਕਿਰਤ ਵੀ ਕਰੀ ਜਾਂਦਾ ਹੈ। ਇਹ ਇਨਸਾਨ ਰੱਬ ਵੱਲੋਂ ਪੈਦਾ ਕੀਤਾ, ਰੱਬ ਵੱਲੋਂ ਸਿਰਜਿਆ, ਰੱਬ ਵੱਲੋਂ ਸਿਰਜਿਆ ਹੋਇਆ ਇਹ ਇਨਸਾਨ ਸੰਸਾਰ ਤੇ ਆ ਕੇ ਇੰਨਾ ਕੁ ਗਲਤਾਨ ਹੋ ਗਿਆ। ਇਹਨੇ ਸਿਰਜਣਹਾਰ ਨੂੰ ਤੇ ਕੀ ਚੇਤੇ ਕਰਨਾ ਸੀ, ਇਹਨੇ ਸਿਰਜਣਹਾਰ ਨੂੰ ਤੇ ਕੀ ਧਿਆਉਣਾ ਸੀ। ਇਹਨੇ ਉਹ ਹਾਲਾਤ ਵੀ ਆਪਣੀ ਜ਼ਿੰਦਗੀ ਚੋਂ ਵਿਸਾਰਤੇ ਜਿਨ੍ਹਾਂ ਹਾਲਾਤਾਂ ਚੋਂ ਬਚਾਉਣ ਵਾਲੇ ਨੇ ਹੱਥ ਦੇ ਕੇ ਰੱਖਿਆ ਹੈ, ਉਹ ਵੀ ਭੁਲਾਤੇ। ਸਿਰਜਣਹਾਰ ਨੂੰ ਤੇ ਚਲੋ ਵਿਸਾਰਤਾ ਵੀ, ਸੁਣ ਤੇ ਸਿਰਜਿਆ ਗਿਆ ਜੀ, ਭੁਲਾਤਾ। ਪਰ ਸਿਰਜਣਹਾਰ ਨੇ ਸਿਰਜਣ ਤੋਂ ਬਾਅਦ ਚ ਇਹਨੂੰ ਲਾਵਾਰਿਸ ਨਹੀਂ ਸੀ ਛੱਡਿਆ। ਜਦੋਂ ਸਿਰਜਿਆ ਗਿਆ, ਅਸਲ ਵਿੱਚ ਜ਼ਿੰਮੇਵਾਰੀ ਤੇ ਉਦੋਂ ਬਾਅਦ ਵਿੱਚ ਉਹ ਨਿਭਾ ਰਿਹਾ ਵੀ ਕਿਤੇ ਹੁਣ ਇਹਨੂੰ ਕੋਈ ਸੇਕ ਰਤਾ ਮਾਤਰ ਨਾ ਲੱਗੇ, ਕਿਤੇ ਇਹਨੂੰ ਕੋਈ ਦੁੱਖ ਤੇ ਤਕਲੀਫ ਨਾ ਹੋਵੇ। ਫਿਰ ਉਹਨੇ ਸਿਰਜਣਹਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਆਉਦੀ ਜ਼ਿੰਮੇਵਾਰੀ ਜਿਹੜੀ ਉਹਨੇ ਨਿਭਾਈ। ਤਾਹ ਤੁਮ ਰੱਖਣ ਹਾਰੇ, ਉਥੇ ਰੱਖਣਹਾਰ ਉਹ ਸਿਰਜਣਹਾਰ ਹੀ ਬਣਿਆ ਨਾ, ਰਖਵਾਲਾ ਵੀ। ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। हे
ਤਾਰਨਹਾਰ ਮਾਲਕ ਜੀ ਰਹਿਮਤ ਕਰੋ ਸਾਨੂੰ, ਤਾਰ ਲਓ। ਔਰ ਅੱਜ ਦੇ ਪਾਵਨ ਬਚਨਾਂ ਚ ਮਾਲਕ ਜੀ ਆਖਦੇ, ਆਪ ਖਾਕ ਜਿਨ ਬੰਦ ਰਹਾਈ, ਧਨ ਸਿਰਜਣਹਾਰੋ। ਧਨ ਹੈ ਉਹ ਸਿਰਜਣਹਾਰ ਜਿਨੇ ਪੰਜਾਂ ਤੱਤਾਂ ਦਾ ਸੁਮੇਲ ਕਰਕੇ ਇਸ ਮਨੁੱਖ ਦੀ ਸੁੰਦਰ ਕਾਇਆ ਦੀ ਘਾੜਤ ਘੜੀ ਹੈ। ਤਾ ਤੂੰ ਮੁੱਲਾ ਤਾ ਤੂੰ ਕਾਜ਼ੀ, ਜਾਣਹਿ ਨਾਮ ਖੁਦਾਈ। ਜੇ ਬਹੁ ਤੇਰਾ ਪੜਿਆ ਹੋਵੇ, ਕੋ ਰਹਿ ਨਾ ਪਰਿਐ ਪਾਈ। ਫਿਰ ਸਤਿਗੁਰੂ ਜੀ ਨੇ ਧਰਮ ਦੇ ਪਹਿਰਾਵੇ ਵਾਲੇ ਦਿਆ, ਧਰਮ ਦੇ ਪਹਿਰਾਵੇ ਨੂੰ ਲੈ ਕੇ ਫਿਰ ਮਾਲਕ ਜੀ ਉਪਦੇਸ਼ ਦਿੰਦੇ। ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਤੂੰ ਮੌਲਵੀ ਤਾਂ ਹੈ, ਤੂੰ ਕਾਜ਼ੀ ਤਾਂ ਹੈ, ਜਾਣੇ ਨਾਮ ਖੁਦਾਈਏ। ਜੇ ਤੂੰ ਖੁਦਾ ਦੇ ਨਾਮ ਨੂੰ ਜਾਣੇ, ਮਤਲਬ ਖੁਦਾ ਦੇ ਨਾਮ ਨੂੰ ਜਪੇ, ਅਰਾਧੇ, ਤਾਂ ਤੂੰ ਕਾਜ਼ੀ ਹੈ, ਤਾਂ ਤੂੰ ਮੁੱਲਾ ਹੈ। ਹੁਣ ਇਹ ਹੈਨ ਤੇ ਧਾਰਮਿਕ ਸ਼ਖਸੀਅਤਾਂ ਹੀ ਨਾ। ਧਾਰਮਿਕ ਸ਼ਖਸੀਅਤਾਂ ਨੇ ਪਹਿਰਾਵਾ ਧਰਮ ਦਾ, ਸ਼ਾਇਦ ਖੁਦਾ ਦਾ ਨਾਮ ਕੋਲੇ ਨਹੀਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਆਖਿਆ, ਜੇ ਖੁਦਾ ਦਾ ਨਾਮ ਜਾਣੇ ਤਾਂ ਕਾਜ਼ੀ ਤੇ ਮੁੱਲਾ ਅਖਵਾਉਣ ਦਾ ਹੱਕਦਾਰ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਪਹਿਲਾਂ ਹੋਕਾ ਲਾਉਂਦੇ, ਨਾ ਕੋ ਹਿੰਦੂ ਨਾ ਮੁਸਲਮਾਨ, ਤੇ ਸਭ ਤੋਂ ਪਹਿਲਾਂ ਕਾਜ਼ੀ ਤੇ ਨਵਾਬ ਦੌਲਤ ਖਾਂ ਹੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ, ਜੇ ਤੂੰ ਇਹ ਗੱਲ ਆਖਦਾ ਤੇ ਚਲੋ ਫਿਰ ਸਾਡੇ ਨਾਲ ਨਵਾਜ਼ ਦਾ ਕਰਨ ਚੱਲੋ। ਔਰ ਇੱਕ ਗੱਲ ਚੇਤਾ ਰੱਖਿਓ, ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਰੱਬ ਨਾਲ ਜੁੜ ਚੁੱਕਿਆ ਨਾ, ਉਹ ਕਦੇ ਮਜ਼ਹਬਾਂ ਦੇ ਆਧਾਰ ਉੱਤੇ ਵਿਤਕਰੇ ਚ ਨਹੀਂ ਪੈਂਦਾ। ਉਹਦਾ ਮਕਸਦ ਸਿਰਫ ਰੱਬ ਨੂੰ ਆਰਾਧਨਾ ਹੈ, ਉਹ ਕਿਸੇ ਰੂਪ ਵਿੱਚ ਵੀ ਹੋਵੇ। ਗੁਰੂ ਸਾਹਿਬ ਨੇ ਇੱਕ ਵਾਰ ਵੀ ਇਨਕਾਰ ਨਹੀਂ ਕੀਤਾ ਵੀ ਮੈਂ ਨਹੀਂ ਚੱਲਣਾ। ਉਹ ਕਹਿੰਦੇ ਅਸੀਂ ਨਮਾਜ਼ ਅਦਾ ਕਰਨ ਚੱਲੇ ਆ ਤੇ ਸਾਡੇ ਨਾਲ ਚੱਲੋ, ਤੁਸੀਂ ਵੀ ਜਾਣਾ, ਕਿਉਂਕਿ ਹੋਕਾ ਤੁਸੀਂ ਲਾਇਆ। ਦੌਲਤ ਖਾਂ ਵੀ ਜਾਣਦਾ ਤੇ ਕਾਜ਼ੀ ਵੀ ਜਾਣਦਾ, ਨਾਨਕ ਜੀ ਦਾ ਸੰਬੰਧ ਸਨਾਤਨ ਧਰਮ ਨਾਲ ਹੈ। ਉਹਨਾਂ ਦੇ ਪਰਿਵਾਰ ਦਾ ਸੰਬੰਧ ਸਨਾਤਨ ਧਰਮ ਨਾਲ ਹੈ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਹਨੂੰ ਅਸੀਂ ਕਹਿ ਰਹੇ ਹਾਂ ਨਾ, ਇਹ ਸੰਸਾਰਿਕ ਮਜ਼ਹਬਾਂ ਤੋਂ ਉੱਪਰ ਉੱਠਿਆ ਹੋਇਆ ਹੈ। ਇਹ ਸੰਸਾਰਿਕ ਮਜ਼ਹਬਾਂ ਦਾ ਨਹੀਂ, ਉਸ ਵਿਤਕਰੇ ਵਿੱਚ ਨਹੀਂ। ਮਾਲਕ ਜੀ ਤੁਰ ਪਏ, ਕਿਉਂਕਿ ਉਦੋਂ ਦੇ ਹਾਲਾਤਾਂ ਮੁਤਾਬਕ ਅੱਜ ਵੀ ਇਹ ਗੱਲ ਸੱਚ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅੱਜ ਵੀ ਇਸ ਗੱਲ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਜੇ ਕੋਈ ਸਨਾਤਨ ਧਰਮ ਦਾ ਮਨੁੱਖ ਕਿਤੇ ਮਸੀਤ ਵਿੱਚ ਚਲਾ ਜਾਏ ਤੇ ਉਹਨੂੰ ਆਖਿਆ ਜਾਂਦਾ ਹੈ ਤੇਰਾ ਧਰਮ ਭ੍ਰਸ਼ਟ ਹੋ ਗਿਆ। ਤੇ ਜੇ ਕੋਈ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲਾ ਕਿਤੇ ਸਨਾਤਨ ਧਰਮ ਦੇ ਅਸਥਾਨ ਤੇ ਚਲਾ ਜਾਏ ਤੇ ਉਹਨੂੰ ਆਖਿਆ ਜਾਂਦਾ ਤੂੰ ਕਾਫਰਾਂ ਕਰਕੇ ਅੱਜ ਆਪਣਾ ਧਰਮ ਭ੍ਰਸ਼ਟ ਕਰ ਲਿਆ। ਅੱਜ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਜਾਂਦੀ ਹੈ। ਹੁਣ ਉਹਨਾਂ ਨੇ ਤੇ ਇਸ ਕਰਕੇ ਆਖਿਆ ਸੀ ਵੀ ਜੇ ਤੇ ਇਹਨਾਂ ਦਾ ਵਾਕਈ ਸੰਬੰਧ ਉਧਰ ਹੋਇਆ ਤੇ ਸਾਡੇ ਨਾਲ ਜਾਣ ਤੋਂ ਇਨਕਾਰੀ ਹੋ ਜਾਣਗੇ। ਪਰ ਬਾਬਾ ਕਹਿੰਦਾ ਵੀ ਚਲੋ ਚੱਲਦੇ ਆ ਆਪਾਂ। ਉੱਥੇ ਗਏ, ਕਿੱਡਾ ਹੈਰਾਨੀਜਨਕ ਕੌਤਕ ਸਾਹਿਬ ਵਰਤਾਉਂਦੇ। ਮਸੀਤ ਦੇ ਅੰਦਰ ਵੀ ਗਏ, ਕਾਜ਼ੀ ਨੇ, ਨਵਾਬ ਨੇ, ਉੱਥੇ ਮੌਲਵੀ ਨੇ ਨਮਾਜ਼ ਅਦਾ ਕੀਤੀ, ਸਾਰਿਆਂ ਨਮਾਜ਼ ਅਦਾ ਕੀਤੀ। ਸਤਿਗੁਰੂ ਜੀ ਖੜੋ ਕੇ ਵੇਖਦੇ ਰਹੇ। ਸੰਪੂਰਨਤਾ ਹੋਈ,
सवाल है काजी दा गुरु नानक साहब नूं, तुसीं साडे नाल नमाज अदा करन आए सी, कीती क्यों नहीं? मालिक जी कहंदे भी तुसीं नहीं कीती ते इसलिए मैं भी नहीं कीती। कहंदा मैं ते तुहाडे सामने नमाज अदा कर रहा सी। कहंदे तू उजू कीता है, तू सिर नवाया है। मैं ये नहीं कहंदा भी तू सिर नहीं नवाया, पर तू सिर कली काया करके नवाया है। तू सिर सिर्फ शरीर करके नवाया है, अंदर तां तेरा घरे तुरिया फिरदा सी, किते जेड़ी घरे घोड़ी सूई है उहदा वछेरा किते खूह विच ना डिग पए। जदों बाबे ने गल कही, काजी ते जानदा सी भी सचमुच उत्थे ही तुरिया फिरिया, मैं ते सारी नवाज विच ही उत्थे तुरिया फिरिया। दौलत खान बोल उठिया भी जे ये नहीं सी मैं ते साना, तुसी मेरे नाल नवाज अदा करदे। मालिक कहंदे तुसी भी नहीं सी, जे तुसी हुंदे ते असीं तुहाडे नाल नवाज जरूर अदा करदे, तुसी भी नहीं सी। कहंदा भी मैं ते इत्थे ही सां। साहिब कहंदे नहीं, तुसी भी काबल कंधार दी धरती ते सी, उत्थे चंगियां नस्लां दे घोड़े खरीद रहे हो, नवाज कित्थे अदा कीती तुसी? बाबा नानक जी दे सामने उसे धर्म दे लोग खड़ोते जिन्हां दे धर्म अस्थान ते बाबा जी खड़ोते ने, और ये दृढ़ता और इन्ना बेखौफ होके निडरता दे नाल उन्हां दे सामने उन्हां नूं कहना तुसीं ही इत्थे नहीं सी, जे हुंदे ते मैं तुहाडे नाल जरूर नवाज अदा करदा। और बकायदा उन्हां दे अंदर नूं उन्हां दे सामने रख देना, काजी तुसीं घरे सी, नवाब जी तुसीं काबल कंधार सी। की बोलदे बाबे नानक अगे, की आखदे गुरु नानक साहब नूं? ते सतगुरु ने इसे करके आखिया कल्ला पहरावा मायने नहीं रखता, कल्ला पहरावा नहीं, सारा कारज धर्म दा। पहरावे तो बाद विच अगां दी जिम्मेवारी, तां तू मुल्ला तां तू काजी, जाने नाम खुदाई। जे खुदा दा नाम जान लईए, फिर सतगुरु जी नाल जिक्र करदे आखदे, जे बहु तेरा पढ़िया होवे को रहे न परिए पाई। कोई जिड्डा मर्जी पढ़िया होवे, जिन्ना मर्जी, जे बहु तेरा पढ़िया होवे, जिन्ना मर्जी पढ़िया लिखिया विद्वान जिड्डा मर्जी वड्डा होवे। मालिक जी कहंदे को रहे ना, कोई नहीं रहिंदा, भरीए पाई, जदों पाई भर जाए कोई नहीं रहिंदा। जिहड़ा पाई लफज है ना, ये वरतिया जाता है उस वस्तु दे वास्ते जिहदे हेठां एक छेक है ते ओह सुट्टिया पानी विच होया, अखीर उह छेक राहीं उहदे विच पानी भरदा जांदा। जदों पानी भर जाए फिर उहनूं डुੱਬਣੋਂ कोई रोक नहीं सकता। मालिक कहंदे को रहे ना, जिड्डा मर्जी वड्डा विद्वान होवे, मतां किते मन विच भरम होवे कि विद्वान हां ते ओदी पाई भरी नहीं जानी, पाई ओदी भी भरनी है। ਐਵੇਂ नहीं सतगुरु जी ने जिक्र करदे आखिया, चेतना है तो चेत लै निस दिन मैं प्राणी, छिन छिन औद बेहात है फूटे घट ज्यों पानी। मालिक कहंदे चेते रख, हुण इस गल दा ते दावा मनना पएगा ना, घड़े ते साडे भी फुੱਟੇ ही होए ने, आ घड़ा ते साडा भी फुੱਟਿਆ ही होया, त्रेड़ ते इहदे विच भी है, छेक ते इस पाई विच भी है। ये ते नहीं कह सकते भी इस पाई विच छेक नहीं, भावें विद्वान होइए, भावें जड्डे मर्जी वड्डे ज्ञानवान होइए, कि ज्ञानवान दा घड़ा तिड़किया नहीं, घड़ा ते ओहदा भी तिड़किया।
कि विद्वान का घड़ा नहीं तिड़किया, घड़ा तो वह भी तिड़किया होया। जिस पाई की गल गुरु नानक साहब ने इत्थे कीती है उहदे विच छेक होना, ते की विद्वान दे ज्ञानवान पुरुष की पाई विच पानी नहीं भरिया जा रहा? फिर को रहे ना, भावें कोई विद्वान क्यों ना होवे, ਉਹ ਵੀ ਉਸ ਵਕਤ ਫਿਰ ਨਹੀਂ ਰਹਿੰਦਾ। ਕੋਈ ਕਾਜੀ ਜਿਨ ਆਪ ਤਜਿਆ, ਇਕ ਨਾਮ ਕੀਆ ਆਧਾਰੋ, ਹੈ ਭੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਸੋਈ ਕਾਜੀ, ਹੁਣ ਦੱਸਿਆ ਵੀ ਕਾਜੀ ਕੌਣ ਹੈ। ਪਹਿਲੋਂ ਕਹਿੰਦੇ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਹੁਣ ਕਹਿੰਦੇ ਕਾਜੀ ਐਵੇਂ ਨਹੀਂ ਬਣਿਆ ਜਾਂਦਾ। ਕਾਜੀ ਬਣਨ ਵਾਸਤੇ ਆਪਣਤ ਛੱਡਣੀ ਪੈਂਦੀ ਹੈ, ਕਿਉਂਕਿ ਕਾਜੀ ਦਾ ਹੁਣ ਕੱਲਾ ਇੱਥੇ ਅਧਿਆਤਮ ਤੌਰ ਤੇ ਨਹੀਂ, ਸਰੀਰਕ ਤੌਰ ਤੇ ਵੀ ਕਾਜੀ ਨੂੰ ਆਪਣਤ ਛੱਡਣੀ ਪੈਂਦੀ ਹੈ। ਕਾਰਨ ਕਿਉਂਕਿ ਕਾਜੀ ਉਸ ਵਕਤ ਐਜ਼ ਅ ਜੱਜ ਵਿਚਰਦਾ ਹੈ, ਤੇ ਜੇ ਜੱਜ ਆਪਣਤ ਨਹੀਂ ਨਾ ਛੱਡੇਗਾ ਉਹ ਫੈਸਲਾ ਕਦੇ ਇਨਸਾਫ ਵਾਲਾ ਨਹੀਂ ਕਰੇਗਾ। ਜੇ ਜੱਜ ਆਪਣਤ ਨਹੀਂ ਛੱਡਦਾ ਉਹ ਫੈਸਲਾ ਇਨਸਾਫ ਵਾਲਾ ਨਹੀਂ ਕਰ ਸਕਦਾ। ਕਿਉਂ? ਉਹ ਤੇ ਫੈਸਲਾ ਉਹਦੇ ਪੱਖ ਵਿੱਚ ਕਰੇਗਾ ਜਿਹੜਾ ਉਹਨੂੰ ਆਪਣਾ ਨਜ਼ਰ ਆਉਂਦਾ ਹੈ। ਇਸ ਲਈ ਜੱਜ ਕਦੇ ਆਪਣਤ ਵਿੱਚ ਰਹਿ ਕੇ ਨਹੀਂ, ਉਹਨੂੰ ਆਪਣਤ ਛੱਡਣੀ ਪੈਂਦੀ। ਜਿਹਨੂੰ ਆਪਾਂ ਹੋਰ ਸੌਖੇ ਰੂਪ ਚ ਕਹਿ ਲਈਏ, ਡਾਕਟਰ ਜਿਹੜਾ ਹੈ ਉਹਨੂੰ ਆਪਣਤ ਛੱਡਣੀ ਪੈਂਦੀ ਹੈ, ਫਿਰ ਇਲਾਜ ਕਰ ਸਕਦਾ ਹੈ। ਜੇ ਆਪਣਤ ਨਾ ਛੱਡੇ ਇਲਾਜ ਕੀ ਕਰੇਗਾ? ਉਹ ਤੇ ਡਰੇਗਾ ਵੀ ਜਿਹਨੂੰ ਮੈਂ ਚੀਰਨ ਲੱਗਾ ਕਿਤੇ ਇਹ ਨਾ ਹੋਵੇ ਮਾਰਿਆ ਜਾਏ ਮੇਰੇ ਤੋਂ। ਜਿਹਦਾ ਆਪਰੇਸ਼ਨ ਮੈਂ ਕਰਨ ਲੱਗਾ ਜੇ ਉਹ ਆਪਣਾ ਸਮਝ ਕੇ ਆਪਰੇਸ਼ਨ ਕਰੇ ਤੇ ਕੀ ਕਰ ਲੇਗਾ? ਕਦੇ ਵੀ ਨਹੀਂ। ਆਪਣਤ ਛੱਡਣੀ ਪੈਂਦੀ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਸੋਈ ਕਾਜੀ ਜਿਨ ਆਪ ਤਜਿਆ, ਜਿਹੜਾ ਆਪਾ ਭਾਵ ਛੱਡ ਦੇ ਤੇ ਕੀ ਕਰੇ? ਇੱਕ ਨਾਮ ਕੀਆ ਆਧਾਰੋ, ਆਪਣੀ ਜ਼ਿੰਦਗੀ 'ਚ ਇੱਕ ਨਾਮ ਦਾ ਆਧਾਰ ਲੈ ਲਏ, ਆਸਰਾ ਲੈ ਲਏ। ਹੈ ਪੀ ਹੋਸੀ ਜਾਏ ਨਾ ਜਾਸੀ, ਉਹ ਹੈ ਪੀ ਹੋਸੀ ਹੋਵੇਗਾ, ਜਾਏ ਨਾ ਜਾਸੀ ਕਦੇ ਨਹੀਂ ਜਾਵੇਗਾ। ਸੱਚਾ ਸਿਰਜਣਹਾਰੋ, ਕਿਉਂਕਿ ਉਹ ਸਿਰਜਣਹਾਰ ਸਦੀਵ ਸਦਾ ਅਟਲ ਰਹਿਣ ਵਾਲਾ ਹੈ। ਸੰਸਾਰ ਖਤਮ ਹੋ ਜਾਏਗਾ ਪਰ ਸੰਸਾਰ ਦੀ ਬਣਤਰ ਬਣਾਉਣ ਵਾਲਾ, ਘਾੜਤ ਘੜਨ ਵਾਲਾ, ਸੰਸਾਰ ਦੀ ਸਿਰਜਣਾ ਕਰਨ ਵਾਲਾ ਤੇ ਸੰਸਾਰ ਨੂੰ ਨਾਸ਼ ਕਰਨ ਵਾਲਾ ਕਦੇ ਵੀ ਨਾਸ਼ ਨਹੀਂ ਹੋਵੇਗਾ। ਪੰਜ ਵਕਤ ਨਿਵਾਜ਼ ਗੁਜ਼ਾਰਹਿ, ਪੜ੍ਹੈ ਕਤੇਬ ਕੁਰਾਣਾ। ਨਾਨਕ ਆਖੈ ਗੁਰ ਸਦਈ, ਰਹਿਓ ਪੀਣਾ ਖਾਣਾ। ਪੰਜ ਵਕਤ ਨਵਾਜ਼ ਗੁਜ਼ਾਰਨੇ। ਭਾਈ ਤੂੰ ਪੰਜੇ ਵਕਤ ਨਵਾਜ਼ ਅਦਾ ਕਰਦੇ ਆ। ਪੜ੍ਹੇ ਕਤੇਬ ਕੁਰਾਨ, ਤੂੰ ਕਤੇਬ ਵੀ ਪੜ੍ਹ ਰਿਹਾ, ਕੁਰਾਨ ਵੀ ਪੜ੍ਹ ਰਿਹਾ। ਤੇ ਇੱਕ ਗੱਲ ਉਹਨਾਂ ਨੇ ਪੁਕਾਰ ਕੇ ਆਖੀ ਹੈ, ਨਾਨਕ ਆਖੈ ਗੋਰ ਸਦਈ। ਨਾਨਕ ਜੀ ਆਖਦੇ ਨੇ ਜਿੱਦਣ ਗੋਰ ਨੇ ਆਵਾਜ਼ ਮਾਰਨੀ, ਰਹਿਓ ਪੀਣਾ ਖਾਣਾ, ਨਾ ਫਿਰ ਖਾਣਾ ਤੇ ਨਾ ਪੀਣਾ, ਸਾਰਾ ਕੁਛ ਰਹਿ ਜਾਣਾ। ਇਹ ਗੱਲ ਨਵਾਜ਼ ਅਦਾ ਕਰਨ ਵੇਲੇ ਤੂੰ ਕੁਰਾਨ ਪੜ੍ਹਦੇ ਹੋਏ, ਕਤੇਬ ਪੜ੍ਹਦਿਆਂ ਹੋਇਆਂ ਧਾਰਮਿਕ ਗ੍ਰੰਥਾਂ ਵਿੱਚ ਤੂੰ ਇਸ ਗੱਲ ਨੂੰ ਜਾਣਿਆ ਹੈ, ਜਿਸ ਦਿਨ ਗੋਰ ਆਵਾਜ਼ ਮਾਰਦੀ ਹੈ ਉਦਣ ਕੋਈ ਪੀਣਾ ਤੇ ਕੋਈ ਖਾਣਾ ਬਾਕੀ ਨਹੀਂ ਰਹਿ ਜਾਂਦਾ। ਨਾ ਉਦਣ ਖਾਧਾ ਜਾਂਦਾ ਤੇ ਨਾ ਫਿਰ ਪੀਤਾ ਜਾਂਦਾ। ਜਿਸ ਜ਼ਿੰਦਗੀ ਵਿੱਚ ਸਾਰੀ ਜ਼ਿੰਦਗੀ ਖਾਣ ਪੀਣ ਪਿੱਛੇ ਹੀ ਦੌੜਦਾ ਫਿਰਿਆ, ਗੁਰੂ ਨਾਨਕ ਸਾਹਿਬ ਕਹਿੰਦੇ ਸੱਜਣਾ, ਜੱਦਣ ਉਸ ਜ਼ਿੰਦਗੀ ਦੀ ਦੌੜ ਨੂੰ ਰੋਕਣ ਲਈ ਗੋਰ ਨੇ ਆਵਾਜ਼ ਮਾਰ ਲਈ ਨਾ ਵੀ ਅੱਜ ਤੇਰੀ ਜ਼ਿੰਦਗੀ ਦੀ ਦੌੜ ਖਤਮ ਹੈ, ਉਦਣ ਤੇਰਾ ਉਹੀ ਖਾਣਾ, ਤੇਰਾ ਉਹੀ ਪੀਣਾ,
ਜਿਹਦੇ ਪਿੱਛੇ ਸਾਰੀ ਜ਼ਿੰਦਗੀ ਦੌੜਦਾ ਰਿਹਾ, ਹੋ ਸਕਦਾ ਹੈ ਖਾਣਾ ਤੇਰੇ ਹੱਥ ਵਿੱਚ ਹੋਵੇ ਪਰ ਤੇਰੇ ਕੋਲੋਂ ਖਾਧਾ ਨਹੀਂ ਜਾਣਾ। ਤੇ ਹੋ ਸਕਦਾ ਹੈ ਤੂੰ ਮਰਨ ਕਿਨਾਰੇ ਹੋਵੇ ਤੇ ਮਰਨ ਕਿਨਾਰੇ ਪਿਆ ਪਾਣੀ ਦੀ ਮੰਗ ਕਰਦਾ ਹੋਵੇ ਤੇ ਤੇਰੇ ਕੋਲੋਂ ਪਾਣੀ ਵੀ ਨਾ ਪੀਤਾ ਜਾਏ। ਤੇ ਹੋ ਸਕਦਾ ਹੈ ਮੁੜ ਕੇ ਜਿਹੜਾ ਪਾਣੀ ਤੂੰ ਮੰਗਿਆ ਤੇਰੇ ਕੋਲ ਪੀਣ ਦੀ ਤਾਕਤ ਨਹੀਂ, ਬਲ ਨਹੀਂ, ਤੇਰੇ ਰਿਸ਼ਤੇਦਾਰ ਸਾਕ ਸੰਬੰਧੀ ਤੇਰੇ ਮੁਖ ਵਿੱਚ ਪਾਉਣ ਦੀ ਕੋਸ਼ਿਸ਼ ਕਰਨ, ਪਰ ਉਦੋਂ ਵੀ ਪੀਤਾ ਨਹੀਂ ਜਾਣਾ, ਕਿਉਂਕਿ ਆਵਾਜ਼ ਗੌਰ ਨੇ ਮਾਰੀ ਹੈ, ਸੱਦਿਆ ਗੌਰ ਨੇ ਹੈ। ਤੇ ਜਿੱਦਣ ਗੌਰ ਸੱਦ ਲਏ ਉਦਣ ਸਾਰੀ ਭੱਜ ਦੌੜ ਖਤਮ ਹੋ ਜਾਂਦੀ, ਮੁੱਕ ਜਾਂਦੀ ਸਾਰੀ ਭੱਜ ਦੌੜ। ਫਿਰ ਬੰਦਾ ਦੌੜਨਾ ਵੀ ਚਾਹਵੇ ਤੇ ਦੌੜਿਆ ਨਹੀਂ ਜਾ ਸਕਦਾ। ਜੇ ਕਿਤੇ ਇਨਸਾਨ ਨੂੰ ਇੰਨੀ ਤਾਕਤ ਮਿਲ ਜਾਏ ਨਾ ਵੀ ਤੂੰ ਗੌਰ ਵਿੱਚੋਂ ਉੱਠ ਕੇ ਭੱਜ ਸਕਦਾ ਹੈ, ਤੂੰ ਉੱਥੇ ਚਿਖਾਂ ਵਿੱਚੋਂ ਉੱਠ ਕੇ ਦੌੜ ਸਕਦਾ ਹੈ, ਬੰਦਾ ਘੱਟ ਕਦੇ ਨਾ ਕਰੇ, ਉੱਠ ਕੇ ਦੌੜ ਲੈ। ਪਰ ਉਦੋਂ ਬਲ ਨਹੀਂ, ਤਾਕਤ ਨਹੀਂ, ਉਦੋਂ ਸਮਰੱਥਾ ਨਹੀਂ, ਉਦੋਂ ਸਾਰੀ ਦੌੜ ਭੱਜ ਮੁੱਕ ਜਾਂਦੀ। ਸਤਿਗੁਰੂ ਨਾਨਕ ਸਾਹਿਬ ਜੀ ਨੇ ਅੱਜ ਇਸ ਤਰੀਕੇ ਸਾਨੂੰ ਉਪਦੇਸ਼ ਦਿੱਤਾ ਕਿ ਆਪਣੀ ਮੌਤ ਚੇਤੇ ਰੱਖ ਕੇ ਰੱਬ ਨੂੰ ਚਿਹਨ ਵਿੱਚ, ਰੱਬ ਨੂੰ ਚੇਤੇ ਵਿੱਚ ਰੱਖੀਏ, ਰੱਬ ਦਾ ਡਰ ਹਿਰਦੇ ਵਿੱਚ ਰੱਖੀਏ, ਤਾਂ ਹੀ ਅਸੀਂ ਧਾਰਮਿਕ ਸ਼ਖਸੀਅਤਾਂ ਅਖਵਾਉਣ ਦੇ ਹੱਕਦਾਰ ਹਾਂ, ਜੇ ਸਾਡੇ ਹਿਰਦੇ ਵਿੱਚ ਪ੍ਰਭੂ ਜੀ ਦੀ ਯਾਦ ਤੇ ਰੱਬ ਜੀ ਦੀ ਬੰਦਗੀ ਹੈ। ਇਸ ਲਈ ਮਾਲਕ ਅੱਗੇ ਨਿਤਾ ਪ੍ਰਤੀ ਅਰਦਾਸ ਕਰਦੇ ਰਿਹਾ ਕਰੋ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਮਤ ਹੋਈ, ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਪੰਜ ਵਕਤ ਨਿਵਾਜ ਗੁਜ਼ਾਰੈ, ਪੜ੍ਹੈ ਕਤੇਬ ਕੁਰਾਨਾ, ਨਾਨਕ ਆਖੈ ਗੁਰ ਸਦੇ, ਰਹਿਓ ਪੀਣਾ ਖਾਣਾ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।